ਮਲਹੋਤਰਾ ਅੱਜ 18 जनवरी 2022 ਨੂੰ ਫਿਰ ਤੁਹਾਡੇ ਲਈ ਹਫ਼ਤਾਵਾਰੀ ਪ੍ਰੋਗਰਾਮ ਸੋਚ ਦਾ ਸਫ਼ਰ ਲੈ ਕੇ ਹਾਜ਼ਰ ਹਾਂ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਪਹਿਲਾਂ ਆਪਣੀ ਕਿਤਾਬ ਸਫਲਤਾ ਦੇ ਭੇਦ ਦੇ ਵਿੱਚੋਂ ਪਹਿਲਾਂ ਇੱਕ ਲੇਖ ਪੜ੍ਹਦਾ ਅਤੇ ਫਿਰ ਉਸ ਲੇਖ ਵਿੱਚ 28 ਨੁਕਤਿਆਂ ਬਾਰੇ ਤੁਹਾਡੇ ਨਾਲ ਟੈਲੀਫੋਨ ਦੇ ਰਾਹੀਂ ਸੰਵਾਦ ਰਚਾਉਣ ਦੀ ਕੋਸ਼ਿਸ਼ ਕਰਦਾ ਜਾਂ ਇਨਕੇ ਜਿਹੜੇ ਨੁਕਤੇ ਮੈਂ ਉਸ ਵਿੱਚ ਨਹੀਂ ਉਠਾਏ ਹੁੰਦੇ ਤਾਂ ਕਿ ਅਸੀਂ ਕਿਸੇ ਨਤੀਜੇ 'ਤੇ ਪਹੁੰਚ ਸਕੀਏ, ਕਿਸੇ ਸੱਚ 'ਤੇ ਪਹੁੰਚ ਸਕੀਏ, ਕਿਉਂਕਿ ਮੈਂ ਮਹਿਸੂਸ ਕਰਦਾ ਕਿ ਆਖਰੀ ਸੱਚ ਕੋਈ ਵੀ ਨਹੀਂ ਹੁੰਦਾ ਹੈ। ਅਤੇ ਇਹ ਡਿਸਕਸ਼ਨ, ਇਹ ਸੰਵਾਦ, ਇਹ ਡਿਸਕੋਰਸ ਸਾਨੂੰ ਕਿਸੇ ਨਾ ਕਿਸੇ ਨਤੀਜੇ 'ਤੇ ਜ਼ਰੂਰ ਲਿਆਉਂਦਾ, ਜਿਹਦੇ ਨਾਲ ਸਾਨੂੰ ਉਸ ਸਬਜੈਕਟ ਬਾਰੇ, ਉਸ ਪੁਆਇੰਟ ਬਾਰੇ ਬਹੁਤ ਜ਼ਿਆਦਾ ਕਲੈਰਿਟੀ ਮਿਲਦੀ ਹੈ, ਬਹੁਤ ਜ਼ਿਆਦਾ ਸਾਫ਼ ਜਾਣ ਕੇ ਸਾਡਾ ਮਨ ਹੋ ਜਾਂਦਾ ਹੈ ਲੈ ਵੀ ਇਹ ਗੱਲ ਇੱਦਾਂ ਹੈ। ਸਾਡੀ ਟੈਲੀਫੋਨ ਲਾਈਨਸ ਹੁਣ ਤੋਂ ਹੀ ਖੁੱਲ੍ਹੀਆਂ ਹੈਗੀਆਂ 0300 770 2246। ਜੇ ਤੁਸੀਂ ਹੁਣ ਤੋਂ ਹੀ ਟੈਲੀਫੋਨ ਕਰੋਗੇ ਤਾਂ ਫਿਰ ਤੁਹਾਡੇ ਬਹੁਤ ਜ਼ਿਆਦਾ ਚਾਂਸਿਸ ਹੈ ਕਿ ਤੁਹਾਨੂੰ ਲਾਈਨ ਜਿਣ ਕੇ ਮਿਲ ਜਾਵੇ, ਕਿਉਂਕਿ ਬਹੁਤ ਸਾਰੀਆਂ ਲਾਈਨਾਂ ਜਿਹੜੀਆਂ ਬਾਅਦ ਵਿੱਚ ਰਹਿ ਜਾਂਦੀਆਂ ਅਤੇ ਮੈਨੂੰ ਬੜਾ ਪਰਸਨਲੀ ਵੀ ਬੜਾ ਦੁੱਖ ਹੁੰਦਾ ਅਤੇ ਤੁਹਾਨੂੰ ਵੀ ਚੰਗਾ ਨਹੀਂ ਲੱਗਦਾ ਕਿ ਤੁਹਾਨੂੰ ਟਾਈਮ ਨਹੀਂ ਮਿਲਿਆ, ਤੁਸੀਂ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦੇ ਆ। ਜੋ ਤੁਸੀਂ ਟੈਲੀਫੋਨ ਕਰਦੇ ਆ ਅਤੇ ਮੈਨੂੰ ਇਹ ਜਿਹੜੇ ਸਾਡੇ ਟੈਕਨੀਸ਼ੀਅਨ ਹੈਗੇ ਆ ਉਹ ਮੈਨੂੰ ਦੱਸ ਦਿੰਦੇ ਹੈ ਕਿ ਕਿੰਨੀਆਂ ਪਿੱਛੇ ਕਾਲਸ ਵੇਟ ਕਰਦੀਆਂ, ਅਤੇ ਮੈਂ ਚਾਹੁੰਦਾ ਕਿ ਆਪਣੇ ਕਾਲਰਸ ਨੂੰ ਵੀ ਉਹ ਟੂ ਦੀ ਪੁਆਇੰਟ ਹੀ ਗੱਲ ਕਰਨ ਤਾਂ ਕਿ ਵੱਧ ਤੋਂ ਵੱਧ ਕਾਲ ਜਿਹੜੀਆਂ ਹੈਗੀਆਂ ਲਈਆਂ ਜਾ ਸਕਣ। ਅਤੇ ਮੈਂ ਤੁਹਾਡਾ ਸਾਰਿਆਂ ਦਾ ਇਸ ਕਰਕੇ ਵੀ ਬਹੁਤ ਜ਼ਿਆਦਾ ਰਿਣੀ ਹੈਗਾ, ਬਹੁਤ ਜ਼ਿਆਦਾ ਤੁਹਾਡਾ ਮੈਂ ਥੈਂਕਫੁਲ ਕਰਦਾ, ਬਹੁਤ ਜ਼ਿਆਦਾ ਤੁਹਾਡਾ ਥੈਂਕ ਯੂ ਹੈ ਕਿ ਤੁਸੀਂ ਮੈਨੂੰ ਗਾਹੇ ਬਗਾਹੇ ਸੁਜੈਸ਼ਨ ਦਿੰਦੇ ਹੈਗੇ ਆ, ਤੁਸੀਂ ਮੈਨੂੰ ਸਲਾਹਾਂ ਵੀ ਦਿੰਦੇ ਆ ਕਿ ਇਸ ਪ੍ਰੋਗਰਾਮ ਨੂੰ ਹੋਰ ਇਸ ਤੋਂ ਵੀ ਵਧੀਆ ਕਿਵੇਂ ਬਣਾਇਆ ਜਾ ਸਕਦਾ। ਮੈਨੂੰ ਤੁਹਾਡੇ ਫੀਡਬੈਕ ਦੀ ਸਦਾ ਜ਼ਰੂਰਤ ਰਹਿੰਦੀ ਆ। ਤੁਸੀਂ ਫੀਡਬੈਕ ਮੈਨੂੰ ਮੇਰੇ ਡਾਇਰੈਕਟ ਨੰਬਰ 'ਤੇ ਵੀ ਦੇ ਸਕਦੇ ਆ, ਜਿਹੜਾ ਕਿ ਤੁਸੀਂ ਮੇਰਾ ਨੰਬਰ ਸਾਡੇ ਟੈਕਨੀਸ਼ੀਅਨ ਨੂੰ ਟੈਲੀਫੋਨ ਕਰਕੇ ਆਕਾਂਸ਼ੀ ਟੈਲੀਵਿਜ਼ਨ 'ਤੇ ਮੇਰਾ ਨੰਬਰ ਲੈ ਸਕਦੇ ਆ, ਜਾਂ ਸਾਡੇ ਟੈਕਨੀਸ਼ੀਅਨ ਨੂੰ ਟੈਲੀਫੋਨ ਕਰਕੇ ਸਾਨੂੰ ਦੱਸ ਸਕਦੇ ਆ ਕਿ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦੇ ਲੱਗਦੇ ਹੈ ਜਾਂ ਇਹਨਾਂ ਪ੍ਰੋਗਰਾਮਾਂ ਨੂੰ ਹੋਰ ਅਸੀਂ ਕਿਸ ਤਰ੍ਹਾਂ ਇੰਪਰੂਵ ਕਰ ਸਕਦੇ ਹਾਂ। ਤੀਸਰੀ ਗੱਲ ਜਾਣੀ ਕਿ ਜਿਹੜੀ ਮੈਂ ਇਹ ਵੀ ਤੁਹਾਨੂੰ ਸਾਂਝੀ ਕਰਨੀ ਚਾਹੁੰਦਾ ਕਿ ਸਾਡੇ ਆਕਾਂਸ਼ੀ ਟੈਲੀਵਿਜ਼ਨ ਦੀ ਫਾਈਨੈਂਸ਼ੀਅਲ ਹੈਲਪ ਜ਼ਰੂਰ ਜਾਣੀ ਕਿ ਕਰੋ ਤਾਂ ਕਿ ਤੁਹਾਨੂੰ ਇਹੋ ਜਿਹਾ ਪ੍ਰੋਗਰਾਮ ਅਸੀਂ ਦਿੰਦੇ ਰਹੀਏ ਅਤੇ ਤੁਹਾਡੀ ਆਵਾਜ਼, ਮੇਰੀ ਆਵਾਜ਼, ਆਪਣੀ ਸਾਰਿਆਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚ ਸਕੇ, ਬਹੁਤ ਸਾਰੇ ਲੋਕਾਂ ਤੱਕ ਪਹੁੰਚ ਸਕੇ ਅਤੇ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚ ਸਕੇ। ਜਿਹੋ ਜਿਹਾ ਮਸਲੇ ਮੈਂ ਆਪਣੀ ਕਿਤਾਬਾਂ ਵਿੱਚ ਲਿਖੇ ਹੈ, ਜਿਹੜੇ ਮੈਂ ਤੁਹਾਡੇ ਰੂਬਰੂ ਲੈ ਕੇ ਆਉਣਾ ਹੈਗਾ, ਉਹਨਾਂ ਮਸਲਿਆਂ ਬਾਰੇ ਸ਼ਾਇਦ ਕਿਸੇ ਟੈਲੀਵਿਜ਼ਨ 'ਤੇ, ਸ਼ਾਇਦ ਕਿਸੇ ਰੇਡੀਓ 'ਤੇ ਇਹੋ ਜਿਹੀ ਡਿਸਕਸ਼ਨ, ਇਹੋ ਜਿਹਾ ਸੰਵਾਦ ਨਾ ਰਚਾਇਆ ਜਾਂਦਾ ਹੋਵੇ। ਬਹੁਤ ਸਾਰੇ ਮਸਲੇ ਤੁਹਾਡੇ ਨਾਲ, ਮੇਰੇ ਨਾਲ, ਆਮ ਲੋਕਾਂ ਨਾਲ ਸੰਬੰਧਿਤ ਹੁੰਦੇ ਆ ਅਤੇ ਬਹੁਤ ਸਾਰੇ ਕੁਛ ਮਸਲੇ ਇਹੋ ਜਿਹੇ ਵੀ ਮੈਂ ਆਪਣੀਆਂ ਕਿਤਾਬਾਂ ਵਿੱਚ ਲਿਖੇ ਹੈ ਜਿਹੜੇ ਕਿ ਮਨੋਵਿਗਿਆਨ ਨਾਲ ਸੰਬੰਧਿਤ ਹੈ, ਜਿਹੜੇ ਕਿ ਸਾਈਕੋਲੋਜੀ ਨਾਲ ਕੰਸਰਨਡ ਹੈਗੇ ਆ, ਜਿਨ੍ਹਾਂ ਬਾਰੇ ਅਸੀਂ ਬੜਾ ਘੱਟ ਸੋਚਦੇ ਹਾਂ। ਅਤੇ ਅੱਜ ਵੀ ਮੈਂ ਤੁਹਾਡੇ ਲਈ ਇੱਕ ਮਸਲਾ ਇਹੋ ਜਿਹਾ ਹੀ ਲੈ ਕੇ ਆਇਆ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇਹ ਬੜੀ ਵਿਲੱਖਣ ਕਿਸਮ ਦੀ ਪਰਸਨੈਲਿਟੀ ਹੈ, ਬੜੀ ਵਿਲੱਖਣ ਕਿਸਮ ਦੀ ਇਹ ਜਿਹੜੀ ਇਨਸਾਨੀਅਤ ਹੈਗੀ ਆ, ਵਿਲੱਖਣ ਕਿਸਮ ਦੀ ਸ਼ਖਸੀਅਤ ਹੈਗੀ ਆ, ਜਿਹਨੂੰ ਅੰਗਰੇਜ਼ੀ ਵਿੱਚ ਆਪਾਂ ਜੀਨਸ ਵੀ ਕਹਿ ਸਕਦੇ ਹਾਂ। ਅਤੇ ਇਹ ਜੀਨਸ ਕੀ ਹੈ, ਇਹਦੇ ਬਾਰੇ ਮੈਂ ਛੋਟਾ ਜਿਹਾ ਇੱਕ ਲੇਖ ਲਿਖਿਆ ਹੈਗਾ ਅਤੇ ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ ਤਾਂ ਕਿ ਇਸ ਮਸਲੇ 'ਤੇ ਆਪਾਂ ਡੂੰਘਾਈ ਨਾਲ ਜਾਣ ਸਕੀਏ ਵੀ ਜੀਨਸ ਕੀ ਹੁੰਦਾ ਹੈਗਾ। ਪੰਜਾਬੀ ਦੀ ਕਹਾਵਤ ਹੈ ਕਿ ਜਿੱਥੇ ਚਾਹ ਉੱਥੇ ਰਾਹ। ਕਿਸੇ ਇਨਸਾਨ ਦਾ ਆਮ ਲਕਾਈ ਤੋਂ ਸੈਰ ਕੱਢ ਜਾਣਾ ਕੋਈ ਰੱਬੀ ਦਾਤ ਜਾਂ ਕਰਤਾਰੀ ਸ਼ਕਤੀ ਦਾ ਵਰਦਾਨ ਨਹੀਂ ਹੁੰਦਾ, ਸਗੋਂ ਇਹ ਉਹਦੀ ਮਿਹਨਤ, ਚਾਹਤ, ਮੌਕਾ ਮੇਲ ਅਤੇ ਢੁਕਵੇਂ ਸਮੇਂ ਦਾ ਸੁਮੇਲ ਹੁੰਦਾ ਹੈ। ਇਸ ਗੱਲ ਦਾ ਵੀ ਇਸ ਨਾਲ ਕੋਈ ਵਾਸਤਾ ਨਹੀਂ ਕਿ ਉਹ ਕਿੱਥੇ ਅਤੇ ਕਿਹਦੇ ਘਰ ਪੈਦਾ ਹੋਇਆ ਸੀ। ਜਮਾਂਦਰੂ ਕੋਈ ਵੀ ਇਨਸਾਨ ਵਿਲੱਖਣ ਕਿਸਮ ਦਾ ਨਹੀਂ ਹੁੰਦਾ। ਮਿਹਨਤ ਦਾ ਰੋਲ ਮਹਾਨ ਬਣਨ ਵਿੱਚ ਬਹੁਤ ਜ਼ਿਆਦਾ ਹੈ ਅਤੇ ਪਰ ਇਸ ਦੇ ਨਾਲ ਹੀ ਮੌਕੇ ਦੀ ਉਪਲਬਧੀ ਅਤੇ ਉਸ ਮੌਕੇ ਦਾ ਸਮੇਂ ਸਿਰ ਲਾਹਾ ਲੈਣਾ ਸਾਨੂੰ ਮਹਾਨ ਇਨਸਾਨਾਂ ਦੀ ਕਤਾਰ ਵਿੱਚ ਜਾ ਖੜਾ ਕਰਦਾ ਹੈ। ਇਹ ਗੱਲ ਖੇਡਾਂ, ਸਿਆਸਤ, ਲੇਖਕਾਂ, ਐਕਟਰਾਂ ਅਤੇ ਧਨੀਆਂ 'ਤੇ ਇੱਕੋ ਜਿਹੀ ਢੁੱਕਦੀ ਹੈ। 1990 ਦੇ ਸ਼ੁਰੂ ਦੇ ਸਾਲਾਂ ਵਿੱਚ ਮਨੋਵਿਗਿਆਨੀ ਕੇ ਐਂਡਰਸ ਐਰਿਕਸਨ ਨੇ ਆਪਣੇ ਦੋ ਸਾਥੀਆਂ ਨਾਲ ਇਸ ਗੁੰਝਲ ਨੂੰ ਜਾਣਨ ਲਈ ਇੱਕ ਤਜਰਬਾ ਕੀਤਾ। ਉਹਨਾਂ ਬਰਲਿਨ, ਜਰਮਨੀ ਵਿੱਚ ਅਕੈਡਮੀ ਆਫ ਮਿਊਜ਼ਿਕ ਨਾਂ ਦੀ ਇੱਕ ਦੁਕਾਨ ਖੋਲ੍ਹੀ। ਉਹਨਾਂ ਅਕੈਡਮੀ ਦੇ ਪ੍ਰੋਫੈਸਰਾਂ ਦੀ ਮਦਦ ਦੇ ਨਾਲ ਵਾਇਲਨ ਵਜਾਉਣ ਵਾਲੇ ਵਿਦਿਆਰਥੀਆਂ ਨੂੰ 3 ਭਾਗਾਂ ਵਿੱਚ ਵੰਡ ਲਿਆ। ਪਹਿਲੇ ਭਾਗ ਵਿੱਚ ਉਹ ਵਿਦਿਆਰਥੀ ਸ਼ਾਮਿਲ ਕੀਤੇ ਗਏ ਜਿਹੜੇ ਦੁਨੀਆ ਭਰ ਵਿੱਚ ਗਿਣਵੇਂ ਚੁਣਵੇਂ ਬਣਨ ਵਾਲੇ ਸਨ। ਦੂਜੀ ਕਤਾਰਬੰਦੀ ਉਹਨਾਂ ਵਿਦਿਆਰਥੀਆਂ ਦੀ ਕੀਤੀ ਗਈ ਜਿਹੜੇ ਪਹਿਲੇ ਗਰੁੱਪ ਤੋਂ ਥੋੜ੍ਹਾ ਘੱਟ ਸਨ, ਅਤੇ ਤੀਜਾ ਗਰੁੱਪ
ਉਹਨਾਂ ਵਿਦਿਆਰਥੀਆਂ ਦਾ ਚੁਣਿਆ ਗਿਆ ਜਿਹਦੇ ਬਾਰੇ ਖਿਆਲ ਕੀਤਾ ਗਿਆ ਕਿ ਇਹ ਸਕੂਲ ਦੀਆਂ ਕਲਾਸਾਂ ਵਿੱਚ ਸਿਖਾਉਣ ਵਾਲੇ ਅਧਿਆਪਕ ਤਾਂ ਬਣ ਸਕਦੇ ਹਨ, ਪਰ ਸੰਗੀਤ ਦੀ ਦੁਨੀਆ ਵਿੱਚ ਸੰਗੀਤ ਤੋਂ ਨਾਮ ਕਮਾ ਕੇ ਰੋਟੀ ਪਾਣੀ ਦਾ ਚੰਗਾ ਜੁਗਾੜ ਨਹੀਂ ਚਲਾ ਸਕਦੇ। ਇਹ ਤਿੰਨਾਂ ਗਰੁੱਪਾਂ ਦੇ ਵਿਦਿਆਰਥੀਆਂ ਦੀ ਜਦ ਦਰਜਾਬੰਦੀ ਕੀਤੀ ਗਈ ਤਾਂ ਇਹਨਾਂ ਦੀ ਉਮਰ 5-5 ਸਾਲ ਦੇ ਨੇੜੇ ਤੇੜੇ ਸੀ ਅਤੇ ਉਸ ਉਮਰ ਵਿੱਚ ਲਗਭਗ ਹਰ ਵਿਦਿਆਰਥੀ ਨੇ ਹਰ ਹਫ਼ਤੇ 2 ਜਾਂ 3 ਘੰਟੇ ਸੰਗੀਤ ਸਿੱਖਿਆ ਅਤੇ ਅਭਿਆਸ ਕੀਤਾ ਸੀ। ਪਰ ਜਦ ਇਹਨਾਂ ਵਿਦਿਆਰਥੀਆਂ ਦੀ ਉਮਰ 8 ਸਾਲ ਦੀ ਹੋਈ ਤਾਂ ਇਹਨਾਂ ਵਿੱਚ ਫਰਕ ਦਿਸਣ ਲੱਗ ਪਿਆ। ਜਿਹੜੇ ਵਿਦਿਆਰਥੀ ਪਹਿਲੇ ਨੰਬਰ ਦੀ ਦਰਜਾਬੰਦੀ ਵਿੱਚ ਰੱਖੇ ਗਏ ਸਨ, ਉਹਨਾਂ ਬਾਕੀ 2 ਗਰੁੱਪਾਂ ਦੇ ਵਿਦਿਆਰਥੀਆਂ ਨਾਲੋਂ ਜ਼ਿਆਦਾ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। 9 ਸਾਲ ਦੀ ਉਮਰ ਵਿੱਚ 6 ਘੰਟੇ ਅਭਿਆਸ ਪ੍ਰਤੀ ਹਫ਼ਤਾ, 12 ਸਾਲ ਦੀ ਉਮਰ ਵਿੱਚ 8 ਘੰਟੇ ਪ੍ਰਤੀ ਹਫ਼ਤਾ ਅਭਿਆਸ, 14 ਸਾਲ ਦੀ ਉਮਰ ਵਿੱਚ 16 ਘੰਟੇ ਪ੍ਰਤੀ ਹਫ਼ਤਾ ਅਭਿਆਸ ਕਰਨ ਲੱਗ ਪਏ। ਹੁਣ ਤੱਕ ਉਹ 10,000 ਘੰਟਿਆਂ ਤੋਂ ਜ਼ਿਆਦਾ ਸੰਗੀਤ ਦਾ ਅਭਿਆਸ ਕਰ ਚੁੱਕੇ ਸਨ। ਦੂਜੇ ਗਰੁੱਪ ਦੇ ਵਿਦਿਆਰਥੀਆਂ ਕੁੱਲ 8,000 ਘੰਟੇ ਅਤੇ ਤੀਜੇ ਗਰੁੱਪ ਦੇ ਵਿਦਿਆਰਥੀਆਂ ਕੁੱਲ 4,000 ਘੰਟੇ ਇਸ ਉਮਰ ਤੱਕ ਸੰਗੀਤ ਦਾ ਅਭਿਆਸ ਕੀਤਾ ਸੀ। ਇਸ ਖੋਜ ਦੀ ਦਿਲਚਸਪ ਗੱਲ ਜਿਹੜੀ ਉੱਭਰ ਕੇ ਸਾਹਮਣੇ ਆਈ ਕਿ ਕੋਈ ਵੀ ਵਿਦਿਆਰਥੀ ਜਮਾਂਦਰੂ ਕੁਦਰਤੀ ਪ੍ਰਤਿਭਾ ਦਾ ਮਾਲਕ ਨਹੀਂ ਸੀ ਜੋ ਇਹਨਾਂ 'ਚੋਂ ਵੱਖਰਾ ਕੀਤਾ ਜਾ ਸਕਦਾ। ਇਸ ਖੋਜ ਨੇ ਇਹ ਸਿੱਧ ਕੀਤਾ ਕਿ ਅਗਰ ਤੁਹਾਡੇ ਵਿੱਚ ਕੁਝ ਕਰਨ ਦੀ ਚਾਹਨਾ ਹੈ ਤਾਂ ਤੁਸੀਂ TC 'ਤੇ ਤਾਂ ਹੀ ਪਹੁੰਚ ਸਕਦੇ ਹੋ ਅਗਰ ਤੁਸੀਂ ਸਖਤ ਮਿਹਨਤ ਕਰਦੇ ਹੋ, ਹੋਰ ਕੁਝ ਨਹੀਂ। ਇਸੇ TC 'ਤੇ ਪਹੁੰਚਣ ਨੂੰ ਹੀ ਅੰਗਰੇਜ਼ੀ ਵਿੱਚ ਜੀਨੀਅਸ ਕਹਿੰਦੇ ਹਨ। ਨਿਊਰੋਲੋਜਿਸਟ ਡੈਨੀਅਲ ਲੀਵਿਟਨ ਦਾ ਕਹਿਣਾ ਹੈ ਕਿ ਇਸ ਭੇਦ ਦੀ ਕੁੰਜੀ ਇਸ ਜਾਦੂਮਈ ਨੰਬਰ 10,000 ਘੰਟਿਆਂ ਵਿੱਚ ਹੈ। ਇਹ ਗੱਲ ਵਾਰ-ਵਾਰ ਖੋਜਾਂ ਤੋਂ ਬਾਅਦ ਸਾਬਤ ਹੋ ਗਈ ਹੈ ਅਤੇ ਇਹ ਗੱਲ ਹਰ ਇੱਕ 'ਤੇ ਢੁਕਦੀ ਵੀ ਹੈ, ਚਾਹੇ ਉਹ ਬਾਸਕਟਬਾਲ ਦਾ ਖਿਡਾਰੀ ਹੈ, ਸੰਗੀਤ ਦਾ ਕੰਪੋਜ਼ਰ ਹੈ, ਆਈਸ ਸਕੈਟਰ ਹੈ, ਸ਼ਤਰੰਜ ਦਾ ਖਿਡਾਰੀ ਹੈ ਜਾਂ ਕੋਈ ਲੇਖਕ ਹੈ। 10,000 ਘੰਟਿਆਂ ਦਾ ਸਿੱਧਾ ਜਿਹਾ ਮਤਲਬ ਹੈ 3 ਘੰਟੇ ਹਰ ਰੋਜ਼ 7 ਦਿਨ ਜਾਂ 20 ਘੰਟੇ ਪ੍ਰਤੀ ਹਫ਼ਤਾ ਲਗਾਤਾਰ 10 ਸਾਲਾਂ ਤੋਂ ਜ਼ਿਆਦਾ ਅਭਿਆਸ ਕਰਨਾ। ਅਗਰ ਕੋਈ ਇੰਨੀ ਜ਼ਿਆਦਾ ਮਿਹਨਤ, ਲਗਨ, ਦ੍ਰਿੜਤਾ ਅਤੇ ਇਕਾਗਰਤਾ ਨਾਲ ਕਰਦਾ ਹੈ ਤਾਂ ਚੋਟੀ ਦੀ ਸਫਲਤਾ ਉਹਦੇ ਪੈਰ ਚੁੰਮੇਗੀ। ਅਜੇ ਤੱਕ ਖੋਜਾਂ ਤੋਂ ਬਾਅਦ ਇਸ ਤਰ੍ਹਾਂ ਦਾ ਕੋਈ ਥਹੁ ਪਤਾ ਨਹੀਂ ਲੱਗਾ ਕਿ ਕਿਸੇ ਨੇ ਇਸ ਤੋਂ ਘੱਟ ਸਮਾਂ ਅਭਿਆਸ ਲਈ ਲਾਇਆ ਹੋਵੇ ਅਤੇ ਉਹ ਧਰੂੰ ਤਾਰੇ ਵਾਂਗ ਬਾਕੀਆਂ ਤੋਂ ਜ਼ਿਆਦਾ ਸਿਰੀ ਕੱਢ ਗਿਆ ਹੋਵੇ। ਮਾਈਕਲ ਹਾਓ ਮਨੋਵਿਗਿਆਨਕ ਹੈ ਅਤੇ ਉਹ ਇਸ ਗੱਲ ਉੱਤੇ ਜ਼ੋਰ ਪਾਉਂਦਿਆਂ ਆਪਣੀਆਂ ਕਿਤਾਬਾਂ ਜੀਨੀਅਸ ਐਕਸਪਲੇਨਡ ਵਿੱਚ ਲਿਖਦਾ ਹੈ ਕਿ ਮਹਾਨ ਸੰਗੀਤਕਾਰ ਮੋਜ਼ਰਟ ਨੇ ਭਾਵੇਂ ਸੰਗੀਤ ਦੀਆਂ ਕਿਰਤਾਂ ਉਸ ਵੇਲੇ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ ਜਦ ਉਹਦੀ ਉਮਰ ਅਜੇ 6 ਸਾਲ ਹੀ ਸੀ, ਪਰ ਦੁਨੀਆ ਵਿੱਚ ਤਹਿਲਕਾ ਉਸ ਵੇਲੇ ਹੀ ਮਚਿਆ ਜਦ ਉਹ 21 ਵਰ੍ਹਿਆਂ ਦਾ ਹੋ ਗਿਆ ਅਤੇ ਉਹਦੀਆਂ ਸੰਗੀਤਕ ਕਿਰਤਾਂ ਦਾ ਕੋਈ ਮੁਕਾਬਲਾ ਨਹੀਂ ਸੀ, ਜਦੋਂ ਕਿ ਪਹਿਲੀਆਂ ਕਿਰਤਾਂ ਇੰਨੀਆਂ ਪਾਏਦਾਰ ਨਹੀਂ ਸਨ ਜਾਂ ਉਹਨਾਂ ਵਿੱਚ ਉਹਦੇ ਪਿਤਾ ਜਾਂ ਹੋਰ ਸੰਗੀਤਕਾਰਾਂ ਦਾ ਹੱਥ ਸੀ। 10,000 ਘੰਟਿਆਂ ਦਾ ਅਭਿਆਸ ਕੋਈ ਖਾਲਾਈ ਦਾ ਬੜਾ ਨਹੀਂ। ਇੰਨੇ ਸਮੇਂ ਦਾ ਮਤਲਬ ਹੈ ਕਿ ਤੁਸੀਂ ਆਪਣੇ ਟੀਚੇ ਲਈ ਜਾਨ ਤੋੜ ਕੇ ਘੱਟੋ ਘੱਟ 3 ਘੰਟੇ ਹਰ ਰੋਜ਼ ਲਾਉਂਦੇ ਹੋ ਅਤੇ ਇਹ ਕੰਮ ਤਾਂ ਹੀ ਸੰਭਵ ਹੈ ਅਗਰ ਤੁਹਾਨੂੰ ਮੌਕਾ ਦੇ ਦਿੱਤਾ ਜਾਵੇ, ਤੁਹਾਡੀ ਰੋਜ਼ੀ ਰੋਟੀ ਦਾ ਪ੍ਰਬੰਧ ਸੁਰੱਖਿਅਤ ਹੋਵੇ, ਮਾਂ-ਬਾਪ ਜਾਂ ਕੋਈ ਹੋਰ ਤੁਹਾਨੂੰ ਇਹ ਸਹੂਲਤ ਪ੍ਰਦਾਨ ਕਰੇ ਅਤੇ ਨਾਲ ਹੱਲਾਸ਼ੇਰੀ ਵੀ ਦੇਵੇ ਤਾਂ ਕਿ ਮਨੋਬਲ ਬਣਿਆ ਰਹੇ। ਇਸ ਤੋਂ ਬਿਨਾਂ ਇਹ ਵੀ ਜ਼ਰੂਰੀ ਹੈ ਕਿ ਤੁਹਾਡਾ ਕੋਈ ਕਦਰਦਾਨ ਵੀ ਹੋਵੇ ਅਤੇ ਅਗਾਂਹ ਨਿਕਲਣ ਦਾ ਮੌਕਾ ਵੀ ਦਿੱਤਾ ਜਾਵੇ, ਨਾ ਕਿ ਈਰਖਾ ਜਾਂ ਕਿਸੇ ਹੋਰ ਵਿਤਕਰੇ ਕਰਕੇ ਕਰੂੰਬਲ ਦਾ ਗਲਾ ਘੁੱਟ ਦਿੱਤਾ ਜਾਵੇ। ਐਡੀਸਨ ਇਸੇ ਕਰਕੇ ਉਸ ਮੁਕਾਮ 'ਤੇ ਪਹੁੰਚ ਸਕਿਆ ਕਿ ਉਹਦੀ ਮਾਂ ਨੇ ਉਹਨੂੰ ਸਦਾ ਹੱਲਾਸ਼ੇਰੀ ਦਿੱਤੀ ਅਤੇ ਇਹੀ ਕਾਰਨ ਸੀ ਕਿ ਉਹਨੇ ਸਫਲਤਾ ਬਾਰੇ ਕਿਹਾ ਸੀ ਕਿ 99% ਮਿਹਨਤ ਅਤੇ 1% ਹੱਲਾਸ਼ੇਰੀ ਹੁੰਦੀ ਹੈ। 99% ਪਰਸਪੀਰੇਸ਼ਨ ਐਂਡ 1% ਇੰਸਪੀਰੇਸ਼ਨ। ਬਸ ਉਹਨੂੰ ਮਿਹਨਤ ਨਾਲ ਠਕੋਰਨ ਦੀ ਲੋੜ ਹੁੰਦੀ ਹੈ। ਸਾਡੀ ਮਹਾਨ ਗਾਇਕਾ ਲਤਾ ਮੰਗੇਸ਼ਕਰ ਅਜੇ ਬੜੀ ਛੋਟੀ ਉਮਰ ਦੀ ਹੀ ਸੀ ਜਦ ਉਹਨੇ ਆਪਣੇ ਬਾਪ ਤੋਂ ਸੰਗੀਤ ਦੀ ਵਿੱਦਿਆ ਲੈ ਕੇ ਬਾਹਰ ਗਾਉਣਾ ਸ਼ੁਰੂ ਕਰਤਾ ਸੀ। ਇਸੇ ਕਰਕੇ ਉਹਦੇ ਬਾਪ ਨੇ ਕਿਹਾ ਸੀ ਕਿ ਇਹ ਮੇਰੇ ਪਰਿਵਾਰ ਦਾ ਇੱਕ ਦਿਨ ਨਾਂ ਰੋਸ਼ਨ ਕਰੇਗੀ। ਕੰਪਿਊਟਰ ਦੀ ਦੁਨੀਆ ਵਿੱਚ ਮਾਰਕੇ ਦੀ ਪ੍ਰਾਪਤੀ ਕਰਨ ਵਾਲੇ ਬਿਲ ਗੇਟਸ ਦੀ ਕਹਾਣੀ ਵੀ 10,000 ਘੰਟਿਆਂ ਵਾਲੇ ਤੱਥ ਦੁਆਲੇ ਹੀ ਘੁੰਮਦੀ ਹੈ। ਉਹਨੇ ਹਾਰਵਰਡ ਯੂਨੀਵਰਸਿਟੀ 'ਚੋਂ ਪੜ੍ਹਾਈ ਛੱਡ ਕੇ ਆਪਣੇ ਦੋਸਤਾਂ ਨਾਲ ਇੱਕ ਛੋਟੀ ਜਿਹੀ ਕੰਪਿਊਟਰ ਕੰਪਨੀ ਮਾਈਕਰੋਸਾਫਟ ਸ਼ੁਰੂ ਕਰ ਲਈ, ਜਦੋਂ ਕਿ ਉਹਦਾ ਬਾਪ ਸ਼ੈਟਲ ਦਾ ਮੰਨਿਆ ਹੋਇਆ ਵਕੀਲ ਸੀ ਅਤੇ ਪੈਸੇ ਨਾਲ ਰੱਜਿਆ ਹੋਇਆ ਸੀ। ਬਿਲ ਗੇਟਸ ਦੀ ਮਾਂ ਵੀ ਇੱਕ ਰੱਜੇ ਪੁੱਜੇ ਬੈਂਕਰ ਦੀ ਧੀ ਸੀ। ਉਹਨਾਂ ਬਿਲ ਗੇਟਸ ਨੂੰ ਲੇਕ ਸਾਈਡ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਨ ਲਈ ਭੇਜਿਆ ਜਿੱਥੇ ਸ਼ੈਟਲ ਦੇ ਚੋਟੀ ਦੇ ਬੰਦਿਆਂ ਦੇ ਬੱਚੇ ਪੜ੍ਹਦੇ ਸਨ। ਅਜੇ ਬਿਲ 8ਵੇਂ ਗ੍ਰੇਡ ਵਿੱਚ ਹੀ ਸੀ ਕਿ ਸਕੂਲ ਨੇ ਇੱਕ ਕੰਪਿਊਟਰ ਕਲੱਬ ਸ਼ੁਰੂ ਕਰਤਾ। ਸਕੂਲ ਦੇ
ਮਦਰ ਕਲੱਬ ਵੱਲੋਂ ਹਰ ਸਾਲ ਪੈਸੇ ਇਕੱਠੇ ਕੀਤੇ ਜਾਂਦੇ ਸਨ, ਪਰ ਉਹਨਾਂ ਨੂੰ ਸਮਝ ਨਹੀਂ ਸੀ ਲੱਗਦੀ ਕਿ ਉਹ ਪੈਸੇ ਕਿੱਥੇ ਵਰਤੇ ਜਾਣ। ਬਿਲ ਗੇਟਸ ਯਾਦ ਕਰਦਿਆਂ ਦੱਸਦਾ ਹੈ ਕਿ ਉਸ ਸਾਲ ਉਹਨਾਂ 3000 ਇਕੱਠੇ ਕੀਤੇ ਡਾਲਰਾਂ ਨਾਲ ਕੰਪਿਊਟਰ ਦਾ ਟਰਮੀਨਲ ਖਰੀਦ ਲਿਆ ਅਤੇ ਕੰਪਿਊਟਰ ਵਾਲੇ ਛੋਟੇ ਜਿਹੇ ਕਮਰੇ ਉੱਤੇ ਲਾ ਦਿੱਤਾ। ਇਸ ਕਮਰੇ ਉੱਤੇ ਫਿਰ ਕਬਜ਼ਾ ਕਰ ਲਿਆ ਗਿਆ। ਇਹ ਬੜੀ ਅਦਭੁਤ ਚੀਜ਼ ਸੀ। ਬਸ ਫਿਰ ਬਹੁਤਾ ਸਮਾਂ ਬਿਲ ਗੇਟਸ ਨੇ ਇਸ ਕਮਰੇ ਵਿੱਚ ਹੀ ਬਿਤਾਇਆ ਅਤੇ ਕੰਪਿਊਟਰ ਬਾਰੇ ਜਾਣਨ ਲੱਗਾ। ਉਹਨੂੰ ਲੱਗਾ ਕਿ ਉਸ ਨੂੰ ਕੰਪਿਊਟਰ ਦੀਆਂ ਚਾਲਾਂ ਦਾ ਗਿਆਨ ਤਾਂ ਹੋ ਗਿਆ ਹੈ, ਤਾਂ ਉਹਨੇ ਆਪਣੇ ਮਿੱਤਰ ਪੌਲ ਐਲਨ ਨਾਲ 2 ਕੰਪਿਊਟਰ ਕੰਪਨੀਆਂ ਦਾ ਪ੍ਰੋਗਰਾਮਿੰਗ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ 2 ਕੰਪਨੀਆਂ ਦਾ ਨਾਂ ਸੀ ਕਿਊਬਿਡ ਅਤੇ IMI। 1971 ਵਿੱਚ ਬਿਲ ਗੇਟਸ ਅਤੇ ਉਹਦੇ ਸਾਥੀਆਂ 1575 ਘੰਟੇ ਕੰਮ ਕੀਤਾ, ਜਿਹਦਾ ਮਤਲਬ ਹੈ ਕਿ 8 ਘੰਟੇ ਹਰ ਰੋਜ਼ 7 ਦਿਨ। ਬਿਲ ਗੇਟਸ ਕਹਿੰਦਾ ਹੈ, ਇਹ ਮੇਰਾ ਜਨੂਨ ਸੀ। ਮੈਂ ਖੇਡਣਾ ਕੁੱਦਣਾ ਭੁੱਲ ਗਿਆ। ਮੈਂ ਦਿਨ ਰਾਤ ਕੰਪਿਊਟਰ 'ਤੇ ਲੱਗਾ ਰਹਿੰਦਾ। ਸ਼ਾਇਦ ਕੋਈ ਹੀ ਹਫ਼ਤਾ ਹੋਵੇਗਾ ਜਦ ਮੈਂ ਅਤੇ ਮੇਰੇ ਸਾਥੀਆਂ 20 ਜਾਂ 30 ਘੰਟੇ ਪ੍ਰਤੀ ਹਫ਼ਤਾ ਕੰਪਿਊਟਰ ਉੱਤੇ ਹੱਥ ਅਜਮਾਈ ਨਾ ਕੀਤੀ ਹੋਵੇ। ਬਿਲ ਗੇਟਸ ਨੇ ਗ੍ਰੇਡ 8 ਤੋਂ ਲੈ ਕੇ ਹਾਈ ਸਕੂਲ ਤੱਕ 5 ਵਰ੍ਹੇ ਲਗਾਤਾਰ ਕੰਪਿਊਟਰ 'ਤੇ ਅਭਿਆਸ ਕੀਤਾ। ਜਦੋਂ ਹਾਵਰਡ ਯੂਨੀਵਰਸਿਟੀ ਤੋਂ ਛੁੱਟੀ ਕਰ ਗਿਆ, ਉਹਨੇ ਲਗਾਤਾਰ 7 ਸਾਲ ਕੰਪਿਊਟਰ ਪ੍ਰੋਗਰਾਮਿੰਗ ਕੀਤੀ, ਜੋ ਕਿ 10,000 ਘੰਟਿਆਂ ਤੋਂ ਜ਼ਿਆਦਾ ਬਣਦੀ ਹੈ। ਬਿਲ ਗੇਟਸ ਦਾ ਕਹਿਣਾ ਹੈ ਕਿ ਮੈਨੂੰ ਦੱਸੋ ਕਿ ਬਾਲਗ ਹੋਣ ਤੋਂ ਪਹਿਲਾਂ ਦੁਨੀਆ ਵਿੱਚ ਇੰਨਾ ਜ਼ਿਆਦਾ ਕੰਪਿਊਟਰ ਦਾ ਕਿਹਦੇ ਕੋਲ ਤਜਰਬਾ ਸੀ। ਅਗਰ ਦੁਨੀਆ ਵਿੱਚ 50 ਲੋਕ ਵੀ ਇਹੋ ਜਿਹੇ ਹੋਣਗੇ ਤਾਂ ਮੈਨੂੰ ਬਹੁਤ ਹੈਰਾਨੀ ਹੋਵੇਗੀ। ਕਿਸੇ ਵੀ ਚੋਟੀ ਦੀ ਸਫਲਤਾ ਲਈ ਬੜਾ ਸਪਸ਼ਟ ਸੁਪਨਾ ਹੋਣਾ ਚਾਹੀਦਾ ਹੈ ਅਤੇ ਖਤਰਾ ਮੁੱਲ ਲੈਣ ਲਈ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਹੈ। ਮਿਹਨਤ ਦੇ ਨਾਲ ਨਾਲ ਮੌਕੇ ਦਾ ਸਹੀ ਸਮੇਂ 'ਤੇ ਫਾਇਦਾ ਲੈ ਲੈਣਾ ਤੁਹਾਨੂੰ ਕਿਤੇ ਦਾ ਕਿਤੇ ਲੈ ਜਾਂਦਾ ਹੈ। ਅਗੰਮੀ ਜਾਂ ਕਰਤਾਰੀ ਸ਼ਕਤੀਆਂ ਨਾਲੋਂ ਸਵੈ ਭਰੋਸਾ ਮੰਜ਼ਿਲ ਵੱਲ ਰਾਕਟੀ ਕਦਮ ਸਾਬਤ ਹੁੰਦਾ ਹੈ ਅਤੇ ਇਸੇ ਨੂੰ ਜੀਨੀਅਸ ਕਹਿੰਦੇ ਹਨ। ਇਹ ਤਾਂ ਸੀ ਜੀ ਮੇਰਾ ਇਹ ਲੇਖ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ, ਅਤੇ ਮੈਂ ਹੁਣ ਤੁਹਾਡੇ ਟੈਲੀਫੋਨ ਕਾਲਸ ਦੀ ਵੇਟ ਕਰ ਰਿਹਾ ਤਾਂ ਕਿ ਇਹਦੇ ਬਾਰੇ ਆਪਾਂ ਸੰਵਾਦ ਚਾ ਸਕੀਏ ਅਤੇ ਮੈਂ ਤੁਹਾਡੇ ਵਿਚਾਰ ਜਾਣ ਸਕਾਂ। ਹੈਲੋ ਜੀ, ਕੌਣ 'ਤੇ ਜੀ, ਕਿੱਥੇ ਬੋਲਦੇ ਆ ਜੀ? ਡਾਕਟਰ ਸਾਹਿਬ ਵੈਲਕਮ ਜੀ, ਮੈਂ ਅਸ਼ਫਾਕ ਬੋਲ ਰਿਹਾ ਸਰ। ਕੀ ਹਾਲ ਚਾਲ ਹੈ? ਅਸ਼ਫਾਕ ਜੀ, ਮੈਂ ਬਿਲਕੁਲ ਠੀਕ ਹਾਂ। ਤੁਸੀਂ ਕੀ ਕਹਿਣਾ ਚਾਹੋਗੇ? ਬੱਲੇ ਡਾਕਟਰ ਸਾਹਿਬ ਜੀ, ਤੁਹਾਡੇ ਟੌਪਿਕ ਹਮੇਸ਼ਾ ਹੀ ਬੜੇ ਜ਼ਬਰਦਸਤ ਹੁੰਦੇ ਆ। ਹਾਂਜੀ, ਮੈਂ ਤੁਹਾਡੇ ਸਵਾਲ ਨੂੰ ਥੋੜਾ ਜਿਹਾ ਤੁੜਕਾ ਲਾ ਰਿਹਾ ਜੀ, ਐਵੇਂ 30 ਸੈਕਿੰਡ ਦੇ ਵਿੱਚ। ਡਾਕਟਰ ਸਾਹਿਬ ਜੀ, ਇੱਕ ਜੀਨੀਅਸ ਹੁੰਦਾ ਜਿਹਨਾਂ ਨੂੰ, ਇਹ ਤੁਹਾਡੀਆਂ ਗੱਲਾਂ 'ਚੋਂ ਗੱਲ ਮੈਂ ਹੁਣ ਕੈਚ ਕੀਤੀ, ਇੱਕ ਜੀਨੀਅਸ ਜਿਹਨੂੰ ਬਣਾਇਆ ਜਾਂਦਾ, ਇੱਕ ਜੀਨੀਅਸ ਹੁੰਦਾ ਜਿਹੜਾ ਬਣਿਆ ਹੁੰਦਾ। ਆਪਾਂ ਇੱਕ ਮਿਸਾਲ ਸੁਣੀ ਹੋਣੀ ਹੈ ਕਿ ਜੰਮਦੀਆਂ ਸੂਰਾਂ ਦੇ ਮੂੰਹ ਪਿੱਛੇ। ਅੱਛਾ, ਜੇ ਤਾਂ ਆਪਾਂ ਉਸ ਮਿਸਾਲ ਪਿੱਛੇ ਜਾਈਏ ਤੇ ਉਹਦੇ 'ਚ ਹੋਰ ਕਈ ਚੀਜ਼ਾਂ ਖੜੀਆਂ ਹੋ ਜਾਂਦੀਆਂ। ਹੁਣ ਅੱਜ ਦੇਖਦੇ ਹਾਂ ਜੀ ਵੀ ਆਪਣੇ ਸੁਣਨ ਵਾਲੇ ਜਿਹੜੇ ਆ ਇਹ ਸਬਜੈਕਟ ਨੂੰ ਕਿੱਦਾਂ ਤੁੜਕਾ ਲਾ ਕੇ ਹਾਂਡੀ ਨੂੰ ਮੁਕੰਮਲ ਕਰਦੇ। ਥੈਂਕ ਯੂ ਡਾਕਟਰ ਸਾਹਿਬ ਜੀ, ਸੋ ਨਾਈਸ ਆਫ ਯੂ ਜੀ। ਜੀ ਮੈਂ ਸੁਣਦਾ ਹੁਣ ਜਨਾਬ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਮੇਰੇ ਵੀਰ। ਇਹ ਤਾਂ ਸੀ ਜੀ ਅਸ਼ਫਾਕ ਹੋਣੀ ਹਡਰਸਫੀਲਡ ਤੋਂ। ਤੁਹਾਡੇ ਟੈਲੀਫੋਨ ਕਾਲਸ ਦੀ ਵੀ ਮੈਂ ਵੇਟ ਕਰ ਰਿਹਾ ਹੈਗਾ, ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਆਪਾਂ ਕਹਿੰਦੇ ਵੀ ਉਹ ਗਿਫਟਡ ਚਿਲਡਰਨ ਯਾਨੀ ਕਿ ਹੁੰਦੇ ਹੈ। ਮੈਂ ਅੱਜ ਵੀ ਪ੍ਰੋਗਰਾਮ ਇੱਕ ਦੇਖਦਾ ਸੀਗਾ ਜਿਹੜਾ ਕਿ ਆ ਰਿਹਾ ਸੀਗਾ। ਹੈਲੋ ਜੀ, ਕੌਣ 'ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਹਰੀਸ਼, ਮੈਂ ਅਵਤਾਰ ਮੰਗਟ। ਹਾਂਜੀ ਅਵਤਾਰ ਜੀ, ਕੀ ਕਹਿਣਾ ਚਾਹੋਗੇ ਇਹ ਜੀਨੀਅਸ ਬਾਰੇ? ਹਾਂਜੀ, ਵੈਰੀ ਇੰਟਰਸਟਿੰਗ ਟੌਪਿਕ। ਆਪਾਂ ਸਾਰੀ ਉਮਰ ਇਹੀ ਦੇਖਦੇ ਰਹੇ ਵੀ ਅਸੀਂ ਜੀਨੀਅਸ ਹਾਂ ਜਾਂ ਜੀਨਸ ਸਾਡੇ ਕੰਮ ਕਰ ਰਹੇ ਨੇ। ਹਾਂਜੀ ਹਾਂਜੀ ਹਾਂਜੀ, ਤੇ ਗੱਲ ਇਹ ਹੈ ਵੀ ਆਪਾਂ ਦੇਖੋ ਪਹਿਲਾਂ ਕੁਝ ਸਾਲ ਹੋਏ ਨੇ, ਕਪਲ ਆਫ ਡੈਕੇਡਸ ਪਹਿਲਾਂ ਇੱਕ ਬੜੀ ਵੱਡੀ ਕੰਟਰੋਵਰਸੀ ਚੱਲ ਰਹੀ ਸੀਗੀ ਵੀ ਅਮਰੀਕਾ 'ਚ ਰਿਸਰਚ ਕੀਤੀ ਸੀਗੀ ਵੀ ਜਿਹੜੀ ਤੁਹਾਡੀ ਇੰਟੈਲੀਜੈਂਸ ਆ, ਇਟਸ ਬੇਸਡ ਔਨ ਯੂਰ ਜੀਨਸ। ਤੇ ਉਸ 'ਚ ਬੜੇ ਲੋਕਾਂ ਨੇ ਐਕਸੈਪਟ ਵੀ ਕੀਤੀ ਹੈ ਵੀ ਇਹ ਰਿਸਰਚ ਹੈਗੀ ਆ, ਬਿਕਾਜ਼ ਬੇਸਡ ਔਨ ਐਵੀਡੈਂਸ, ਤੇ ਉਹਦੀ ਕੰਟਰੋਵਰਸੀ ਵੀ ਬਹੁਤ ਸੀਗੀ। ਮਗਰ ਆਪਾਂ ਨੂੰ ਸਭ ਨੂੰ ਪਤਾ ਵੀ ਕੋਈ ਵੀ ਜਿਹੜੀ ਐਸੀ ਚੀਜ਼ ਹੁੰਦੀ ਆ, ਏਦਾਂ ਦੀ ਕੰਟਰੋਵਰਸ਼ੀਅਲ ਚੀਜ਼ ਹੁੰਦੀ ਆ, ਉਹ ਉਸ ਤੇ ਇੱਕ ਹੱਲ ਨਹੀਂ ਹੁੰਦਾ, ਰਾਈਟ? So whether it's all genes and ਜਿਹੜੀ ਤੁਹਾਡੀ environment ਆ, I think both play a part. ਅਗਰ ਆਪਾਂ ਸਾਰੀ ਉਮਰ ਜੇ ਲਾ ਦਈਏ ਤਾਂ ਵੀ ਨਹੀਂ ਆਪਾਂ ਰਿਸਰਚ ਕਰ ਸਕਾਂਗੇ ਕਿ what is right and what's wrong, but both play a part. ਮਗਰ ਮੈਂ ਤੁਹਾਡੇ ਨਾਲ ਅੱਜ ਥੋੜਾ ਫਿਲੋਸੋਫੀਕਲ ਗੱਲ ਕਰਨ ਲੱਗਿਆ ਹੈਗਾ ਵੀ ਉਹ ਇਹ ਹੈ ਵੀ ਮਾਈਂਡ ਨਾ ਕਰਨਾ, ਮੈਂ ਥੋੜੀ ਇੰਗਲਿਸ਼ ਬੋਲਾਂਗਾ ਬਿਕੋਜ਼ ਇੰਗਲਿਸ਼ 'ਚ ਸਭ ਸਾਰੀ ਰਿਸਰਚ ਵੀ ਤੁਹਾਨੂੰ ਪਤਾ ਹੀ ਹੈ। ਨਹੀਂ, ਮੈਨੂੰ ਮਾੜੀ ਮੋਟੀ ਅੰਗਰੇਜ਼ੀ ਆਉਂਦੀ ਆ ਅਵਤਾਰ ਜੀ, ਉਨੀ ਕਿ ਮੈਨੂੰ ਆਉਂਦੀ ਆ। ਦੇਖੋ ਜਿਹੜੇ ਜੀਨੀਅਸ ਹੈਗਾ, ਆਪਾਂ ਇੰਗਲਿਸ਼ ਲੈਟਿਨ ਵਰਡ ਆ। ਹਾਂ, genius, ਜਿਹੜੀ humor and a sense of humor is also one of the attributes of being a genius. ਹਾਂਜੀ, okay, ਅੱਛਾ ਦੇਖੋ ਜੀ, ਇਹ ਲੈਟਿਨ ਵਰਡ ਤੋਂ ਆਇਆ genius ਲਫ਼ਜ਼, and it's linked with genetics. and genes. ਉਹ ਪਹਿਲਾਂ ਜਦੋਂ ਰੋਮਨ ਰਿਲੀਜਨ ਸੀ ਨਾ, ਜੈਨੇਸਿਸ,
ਤੇ the genius, sorry, ਤੇ ਉਦੋਂ ਉਹਨਾਂ ਨੇ ਕਿਹਾ the individual instance of a general divine nature that is present in every individual person, place or thing. ਉਦੋਂ believe ਕਰਦੇ ਸੀਗੇ, you know, ਉਹ religiously believe ਕਰਦੇ ਸੀ ਵੀ ਜਿਹੜਾ ਵੀ ਬੱਚਾ ਪੈਦਾ ਹੁੰਦਾ ਉਹ genius ਹੈ ਜਾਂ ਨਹੀਂ ਹੈ, ਠੀਕ ਹੈ ਨਾ। ਤੇ ਅੱਛਾ, ਉਸ ਤੋਂ ਬਾਅਦ ਮੈਂ ਤੁਹਾਨੂੰ ਡਿਕਸ਼ਨਰੀ ਦਾ ਦੱਸਦਾ ਆਪਣਾ ਇੱਕ ਹੋਰ ਮੀਨਿੰਗ। ਅੱਛਾ, genius is a person who displays exceptional intellectual ability, absolutely, creative productivity, universality in genres, or originality, typically to a degree that is associated with the achievement of new discoveries or advances in a domain of knowledge. ਬਿਲਕੁਲ, thing is knowledge gain ਕਿੰਨੀ ਹੈਗੀ ਆ, ਇਸ ਚ ਵੀ ਕਈਆਂ ਦੇ ਵਿਊਜ਼ ਨੇ ਵੀ ਜਿਹੜੀ ਤੁਹਾਡੀ ਨੌਲੇਜ ਆ ਜਾਂ ਜਿਹੜਾ ਤੁਹਾਡਾ ਬ੍ਰੇਨ ਆ, ਗ੍ਰੇ ਮੈਟਰ ਐਂਡ ਵਾਈਟ ਮੈਟਰ, ਉਹਦੀ ਜਿਹੜੀ ਕੰਪੋਜੀਸ਼ਨ ਆ, ਤੁਹਾਡੀ ਜਿਹੜੀ ਇੰਟੈਲੀਜੈਂਸ ਆ ਉਸ ਤੇ ਡਿਪੈਂਡ ਕਰਦਾ। ਐਂਡ ਇਹਦੀ ਮੈਂ ਪੜ੍ਹ ਰਿਹਾ ਸੀ ਇਹਦੇ ਬਾਰੇ ਤੇ ਉਹ ਰਿਸਰਚ ਵੀ ਹੈਗੀ ਵੀ ਯੈਸ ਇਟ ਡਜ਼ ਇਟ, ਮਗਰ ਤੋਂ ਫਿਰ ਦੂਸਰੇ ਰਿਸਰਚਰਸ ਆਉਣਗੇ ਉਹ ਕਹਿਣਗੇ ਨੋ ਦਿਸ ਡਜ਼ਨਟ ਹੈਵ ਅ ਮੇਜਰ ਇਨਫਲੂਐਂਸ। ਓਕੇ, ਇੱਕ ਹੋਰ ਮੈਂ ਤੁਹਾਨੂੰ ਦੱਸਾਂ, ਜਿਹੜੇ ਜੀਨੀਅਸ ਲੋਕ ਨੇ, ਹਰ ਇੱਕ ਐਵਰੀਵਨ ਇਜ਼ ਨਾਟ ਨੈਸੈਸਰਲੀ ਅ ਜੀਨੀਅਸ। ਜਿਹੜਾ ਜੀਨੀਅਸ ਦੀ ਆਪਾਂ ਐਗਜ਼ਾਮਪਲ ਦਿੱਤੀ ਆ, ਨੀਅਰਲੀ ਉਹ ਕਹਿੰਦੇ ਇੱਕ ਇਨਸਾਨ 2 ਮਿਲੀਅਨ ਦੇ ਵਿੱਚ ਇੱਕ ਇਨਸਾਨ ਜੀਨੀਅਸ ਬਣਦਾ ਜਨਰਲੀ ਰਿਸਰਚ ਦੇ ਵਿੱਚ। ਦੇਰ ਇਜ਼ ਵਨ ਡੈਫੀਨੇਸ਼ਨ ਆਫ ਜੀਨੀਅਸ, ਬਟ ਮੈਨੀ ਡਾਕਟਰਸ ਸਟੱਡੀ ਹਾਈਲੀ ਇੰਟੈਲੀਜੈਂਟ, ਦ ਪੀਪਲ ਹੂ ਆਰ ਹਾਈਲੀ ਇੰਟੈਲੀਜੈਂਟ। ਆਈ ਐਮ ਨਾਟ ਹੀਅਰ ਟਾਕਿੰਗ ਅਬਾਊਟ IQ, ਆਈ ਐਮ ਟਾਕਿੰਗ ਅਬਾਊਟ ਹਾਈਲੀ ਇੰਟੈਲੀਜੈਂਟ ਔਰ ਗਿਫਟਡ। ਹੁਣ ਜਦੋਂ ਅਸੀਂ ਸਕੂਲਾਂ 'ਚ ਸੀਗੇ, ਅਸੀਂ ਸਾਡੇ ਕੋਲ ਹਮੇਸ਼ਾ ਹੁੰਦਾ ਸੀਗਾ ਵੀ ਵੀ ਯੂਜ਼ਡ ਟੂ ਹੈਲਪ ਚਿਲਡਰਨ ਜਿਹੜੇ ਕਿ ਥਰੂ ਨੀਡ ਐਡੀਸ਼ਨਲ ਹੈਲਪ, and less able children ਜਿਹਨੂੰ ਆਪਾਂ ਕਹਿੰਦੇ ਸੀ ਉੱਥੇ lower ability, ਜਾਂ ਇੱਕ ਗਿਫਟਡ ਬੱਚੇ ਹੁੰਦੇ ਸੀਗੇ। ਗਿਫਟਡ ਬੱਚੇ does not mean academically gifted ਨੇ, gifted can be in any field, could be dance, could be drama, could be sports, could be motor sort of ਜਿਹੜੇ ਤੋਂ agility, ਕੁਛ ਵੀ ਤੁਸੀਂ ਕਹਿ ਸਕਦੇ ਹੋ। ਜਿੱਦਾਂ ਹੁਣ ਆਪਣੇ ਸਪੋਰਟਸਮੈਨ ਕੋਹਲੀ ਵਗੈਰਾ ਹੈਗਾ, ਇਜ਼ ਅ ਜੀਨੀਅਸ ਐਜ਼ ਐਨ ਇੰਡੀਅਨ ਕੈਪਟਨ, you know, he was a genius as an Indian captain, ਕਿਉਂਕਿ ਉਹ ਸਪੋਰਟਸ ਦੇ ਵਿੱਚ ਉਹ ਇੰਨਾ ਉਹਨੇ ਡਿਵੈਲਪ ਕੀਤਾ ਆਪਣੇ ਆਪ ਨੂੰ, ਸੋ ਉਹ ਜੀਨੀਅਸ ਬਣਿਆ। ਸਿਮਿਲਰਲੀ ਸੋ ਮੈਨੀ ਐਗਜ਼ਾਮਪਲਸ ਆਫ ਦੈਟ। ਓਕੇ, ਅੱਛਾ, ਤੇ what they say, Harish, is ਉਹ ਕਹਿੰਦੇ ਨੇ ਵੀ ਨਾ ਜਿਹੜਾ ਜੀਨੀਅਸ ਹੁੰਦਾ ਉਹਦੇ certain 24 characteristics ਉਹਨਾਂ ਨੇ ਲੱਭੇ ਨੇ। ਕੋਈ ਡਾਕਟਰ various list which enables geniuses to come up with and develop new and fruitful ideas. ਉਹਨੇ ਰਿਸਰਚ ਕੀਤੀ ਜਿਹੜੀ ਕਿ ਸਾਰੇ ਨਹੀਂ ਵੀ ਸਾਰੇ ਹੀ ਹੋਣੇ ਚਾਹੀਦੇ ਨੇ। These are the criteria. If you don't mind, I'll go through those. Yeah, go ahead. ਅੱਛਾ, ਇੱਕ ਤਾਂ ਜਿਹਦੇ ਚ ਡਰਾਈਵ ਹੋਣੀ ਚਾਹੀਦੀ ਹੈ, that means they should have a strong desire, or those people have a so strong desire to work hard and long, ਜਿਹੜਾ ਤੁਸੀਂ ਵੀ ਕਿਹਾ ਹੈਗਾ। ਓਕੇ, ਤੇ courage, it takes courage to do things, ਜਿਹੜੇ courage ਚਾਹੀਦੀ ਹੈ ਵੀ ਹਾਂ ਮੈਂ ਕਰਨਾ ਹੈ, ਇਹ ਨਹੀਂ ਵੀ ਫੇਲ ਹੋਵੋ ਜਾਂ succeed ਹੋਵੋ ਜਾਂ ਫੇਲ ਹੋਵੋ, you want to do it. ਫਿਰ devotion to goals, ਇੱਕ ਵਾਰੀ ਤੁਸੀਂ ਕਹਿਤਾ ਮੈਂ ਕਰਨਾ, then you devote hard work, ਤੁਹਾਨੂੰ ਨਹੀਂ ਪਤਾ ਕੱਲ ਨੂੰ ਕਿੱਦਾਂ ਆਊਟਕਮ ਕੀ ਹੋਣਾ, but you give your best. Knowledge, ਜਿਹੜੀ ਵੀ ਚੀਜ਼ ਤੁਸੀਂ ਇੰਟਰਸਟਿਡ ਹੋ ਉਹਦੀ ਨੌਲੇਜ ਲਵੋ, ਗੇਨ ਕਰੋ as much as possible. ਤੇ honesty, ਇਹ ਬਹੁਤ ਇੰਪੋਰਟੈਂਟ ਟ੍ਰੇਟ ਇਨ ਲਾਈਫ ਆਪਣੀ ਕਿਸੇ ਦੀ ਵੀ ਜ਼ਿੰਦਗੀ 'ਚ, ਉਹ ਇਹ ਹੈ ਵੀ ਤੁਸੀਂ honest ਇਨਸਾਨ ਹੋਣੇ ਚਾਹੀਦੇ ਹੋ। You should be frank, forthright and honest. ਐਂਡ ਜਿਹੜਾ ਮੈਂ ਤੁਹਾਨੂੰ ਹਮੇਸ਼ਾ ਕਹਿਣਾ, ਕੋਈ ਵੀ ਚੀਜ਼ ਹੋਗੀ ਸਾਨੂੰ ਡਬਲ ਟੂ ਫੇਸ ਨਹੀਂ ਹੋਣਾ ਚਾਹੀਦਾ। ਵੀ ਸ਼ੁੱਡ ਬੀ ਓਨੈਸਟ, ਬੀ ਫਰੈਂਕ, ਬੀ ਓਪਨ, ਜਿਹੜੇ ਵੀ ਇਨਸਾਨ ਦੇ ਨਾਲ ਹੈਗਾ। ਐਂਡ ਆਪਟਿਮਿਜ਼ਮ, ਹਮੇਸ਼ਾ ਸੋਚੋ, ਥਿੰਕ ਦੀ ਪੋਜ਼ਿਟਿਵ, ਠੀਕ ਨਹੀਂ, ਯੂ ਸ਼ੁੱਡ ਬੀ ਆਪਟਿਮਿਸਟਿਕ ਵੀ ਹੋਣਾ ਕਰਨਾ ਅਸੀਂ। ਐਂਡ ਐਬਿਲਿਟੀ ਟੂ ਜੱਜ, ਠੀਕ ਹੈ ਨਾ। ਦੈਨ enthusiasm, you should be very enthusiastic, ਵੀ yes ਵੀ ਮੈਂ ਕਰਕੇ ਦਿਖਾਉਣਾ ਹੈਗਾ। then willingness to take chances, ਜੇ ਤੁਸੀਂ chances ਨਹੀਂ ਲਵੋਗੇ you won't learn. you learn sometimes fail। ਜਦੋਂ ਆਪਾਂ ਕਈ ਵਾਰੀ ਰਸਤੇ ਕਾਰ ਚਲਾਉਣੇ ਆ, ਰਸਤਾ ਲੱਭਦੇ ਆਪਾਂ ਗਲਤ ਪੈ ਜਾਂਦੇ ਆ, ਫਿਰ ਸਿੱਧੇ ਪੈਂਦੇ ਆ, that we remember for the rest of our life. ਅੱਛਾ, and dynamic energy, that means don't sit on your butt waiting for someone good to happen. That means don't ask for the apple to fall on your lap, you got to go and get that apple from the tree. Enterprising ਹੋਣੇ ਚਾਹੀਦੇ ਹੋ ਤੁਸੀਂ, you know, and you should have the ability to persuade people. ਬਿਲਕੁਲ, ਵੀ ਤੁਸੀਂ ਆਪਣੇ ਵਿਊਜ਼ ਦੇ ਨਾਲ, ਆਪਣੇ ਨੌਲੇਜ ਦੇ ਨਾਲ, you should be able to persuade people with your way of thinking, ਠੀਕ ਹੈ ਨਾ। ਤੇ and you should be outgoing, not an introvert, outgoing over, get out and say, hey, this is what I want to achieve. Then the ability to communicate, you should be able to talk freely, and how do you communicate with people, okay? And patience, ਜਿਹੜਾ ਆਪਾਂ ਕਹਿੰਦੇ ਨਾ ਵੀ the patience,
ਤੇ ਨਹੀਂ ਵੀ ਮੈਂ ਹੀ ਬੋਲੀ ਜਾਵਾਂ, ਅਦਰ ਨੂੰ ਟਾਈ ਨਾ ਮੈਂ ਨਹੀਂ ਹੋਣੀ ਚਾਹੀਦੀ, ਸਾਡੀ ਸਾਰਿਆਂ ਦੀ ਸਾਂਝੀ ਚੀਜ਼ ਹੋਣੀ ਚਾਹੀਦੀ ਹੈ। ਗਿਵ ਐਵਰੀਵਨ ਦੀ ਓਪਰਚੁਨਿਟੀ ਟੂ ਐਕਸਪ੍ਰੈਸ देयर ਪੁਆਇੰਟ ਆਫ ਵਿਊ ਐਂਡ ਲਿਸਨ, ਹੈਵ ਦੈਟ ਪੇਸ਼ੈਂਸ ਐਂਡ ਦੈਨ ਪਰਸੈਪਸ਼ਨ ਹੋਣੀ ਚਾਹੀਦੀ ਆ। that is the have the mental that are working full time all the time ਉਹ ਸੋਚਦੇ ਨੇ ਉਸ ਦੇ ਬਾਰੇ, ਠੀਕ ਨਹੀਂ। ਤੇ ਫਿਰ ਪਰਫੈਕਸ਼ਨਿਜ਼ਮ ਇਹ ਨਹੀਂ ਕਹਿਣਾ ਹੈਗਾ ਵੀ ਮੈਂ ਕਰਨਾ ਤੇ ਹਾਫ ਐਂਡ ਹਾਫ ਕਰਦਾ। ਨੋ, ਇਫ ਯੂ ਵਾਂਟ ਟੂ ਡੂ ਸਮਥਿੰਗ ਬੀ ਐਟ ਯੋਰ ਬੈਸਟ, ਜਦੋਂ ਅਸੀਂ ਸਕੂਲ ਚ ਕਹਿੰਦੇ ਹੁੰਦੇ ਸੀ ਬੀ ਐਟ ਯੋਰ ਬੈਸਟ ਆਲ ਦ ਟਾਈਮ। ਓਕੇ, ਤੇ ਫਿਰ ਕਮਿੰਗ ਟੂ ਦ ਐਂਡ ਸੈਂਸ ਆਫ ਹਿਊਮਰ ਜਿਹੜੀ ਮੈਂ ਅੱਗੇ ਕਹਿ ਚੁੱਕਿਆ, ਯੂ ਸ਼ੁੱਡ ਹੈਵ ਦੈਟ ਸੈਂਸ ਆਫ ਹਿਊਮਰ। then versatility, that means any with ek point te date raho, you got to change on occasions depending on the circumstances. Adaptability, adapt karo apne aap nu. Curiosity, individualism, ਇਹ ਨਹੀਂ ਵੀ ਬਾਕੀ ਇਦਾਂ ਕਰਦੇ ਨੇ ਤੇ ਮੈਂ ਵੀ ਇਦਾਂ ਹੀ ਕਰਾਂ, ਬਿਲਕੁਲ, ਠੀਕ ਨਹੀਂ, which we as a society ਆਪਾਂ ਲੈਕ ਕਰਦੇ ਵੀ ਉਹ ਅਗਲੇ ਸਾਡੇ ਬਾਰੇ ਸੋਚਣਗੇ, ਵੀ ਇਹ ਨਹੀਂ ਕਹਿਣਾ ਵੀ ਮੇਰੇ 'ਚ ਕੀ ਹੈਗਾ, ਠੀਕ ਨਹੀਂ। Then idealism, you should be an idea and imagination, you should have the imagination. So these are some of the traits. ਐਂਡ ਜਿਹੜਾ ਫਿਰ ਜੀਨੀਅਸ ਸਾਰੇ ਟ੍ਰੇਟਸ ਤਾਂ ਨਹੀਂ ਹੋ ਸਕਦੇ, ਸਮ ਆਫ ਦੈਮ ਹੋ ਸਕਦੇ ਨੇ, ਮਗਰ ਜੀਨੀਅਸ ਇਜ਼ ਸਮਟਾਈਮਸ ਬੋਰਨ, ਬਟ ਜਿਹੜੀ এনवायरमेंट ਆ ਉਹ ਨਰਚਰ ਕਰਦੀ ਆ, ਉਸ ਦੇ ਨਾਲ ਇਨਸਾਨ ਬਣਦਾ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ, ਥੈਂਕ ਯੂ। ਇਹ ਤਾਂ ਸੀ ਜੀ ਅਵਤਾਰ ਮੰਗਟ ਹੋਣੀ, ਹੈਡ ਟੀਚਰ, ਜਿਨ੍ਹਾਂ ਨੇ ਕਾਫੀ ਐਲੈਬੋਰੇਟ ਕੀਤਾ ਇਹਨਾਂ ਪੁਆਇੰਟਸ 'ਤੇ। ਥੈਂਕ ਯੂ ਵੈਰੀ ਮਚ, ਬਹੁਤ ਹੀ ਮਿਹਰਬਾਨੀ। ਤੁਸੀਂ ਵੀ ਜਿਹੜਾ ਆਪਣੇ ਵਿਚਾਰ ਸੁਣਾ ਸਾਂਝੇ ਕਰ ਸਕਦੇ ਹਾਂ, ਕਿਉਂਕਿ ਇਹੋ ਜਿਹਾ ਇੱਕ ਮਸਲਾ ਹੈਗਾ ਜਿਹ 'ਤੇ ਆਪਾਂ ਬਹੁਤ ਗੱਲ ਕਰ ਸਕਦੇ ਹਾਂ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਹਾਂ? ਹਰੀਸ਼ ਜੀ, ਮੈਂ ਜਗਦੀਸ਼ ਸਿੰਘ ਬੋਲਦਾ ਜੀ, ਗਲਾਸਗੋ ਤੋਂ। ਗਲਾਸਗੋ ਤੋਂ ਜਗਦੀਸ਼ ਸਿੰਘ ਜੀ, ਕੀ ਹਾਲ ਹੈ ਤੁਹਾਡਾ? ਹਾਂਜੀ, ਬਹੁਤ ਵਧੀਆ ਜੀ, ਤੁਸੀਂ ਸੁਣਾਓ, ਰਾਜੀ ਖੁਸ਼ ਹੋ? ਠੀਕ ਹੋ? ਬਿਲਕੁਲ ਬਿਲਕੁਲ। ਤੁਸੀਂ ਕੀ ਕਹਿਣਾ ਚਾਹੋਗੇ ਜੀਨੀਅਸ ਬਾਰੇ? ਲਓ ਜੀ, ਇਹ ਜਿਹੜਾ ਜੀਨੀਅਸ ਹੈ ਨਾ, ਹਾਂਜੀ, ਹਰ ਬੰਦਾ ਚਾਹੁੰਦਾ ਵੀ ਉਹ ਜੀਨੀਅਸ ਬਣੇ, ਨਹੀਂ ਬਣ ਸਕਦਾ ਤਾਂ ਉਹਦਾ ਪੁੱਤਰ ਬਣੇ ਜਾਂ ਉਹਦੇ ਬੇਟੇ ਕੋਈ ਬੱਚੇ ਬਣਨ। ਹਾਂ, ਜੀਨੀਅਸ ਚਾਹੁੰਦੇ ਤਾਂ ਸਾਰੇ ਹੀ ਬਣਨਾ, ਪਰ ਇਹ ਮੇਰੇ ਖਿਆਲ ਦੇ ਮੁਤਾਬਕ ਜਿਵੇਂ ਵੀਰ ਜੀ ਨੇ ਕਿਹਾ ਵੀ ਰੋਮਨ ਜਿਹੜੇ ਸੋਚਦੇ ਸੀਗੇ ਵੀ ਜੀਨੀਅਸ ਦਾ ਪੁੱਤਰ ਵੀ ਜੀਨੀਅਸ ਹੀ ਹੋਊਗਾ, ਲੇਕਿਨ ਜੇ ਤੁਸੀਂ ਗੌਰ ਨਾਲ ਦੇਖੋ, ਜਿਹੜੇ ਦਾਰਸ਼ਨਿਕ ਜਿਹੜੇ ਮਸ਼ਹੂਰ ਨੇ, ਆਲਬਰਟ ਆਇਨਸਟਾਈਨ, ਚਾਰਲਸ ਡਾਰਵਿਨ, ਐਮੇਜਸ, ਮੋਜ਼ਰਟ, ਇਹਨਾਂ ਦੇ ਬਾਪ ਦਾ ਕੀ ਨਾਮ ਸੀ? ਉਹ ਮਸ਼ਹੂਰ ਕਿਉਂ ਨਹੀਂ ਹੋਏ? ਬਿਲਕੁਲ, ਉਹ ਜੀਨੀਅਸ ਨਹੀਂ ਸੀਗੇ। ਇਹ ਆਪਣੀ ਮਿਹਨਤ, ਲਗਨ ਔਰ ਹਿੰਮਤ ਦੇ ਨਾਲ ਇਹ ਜੀਨੀਅਸ ਬਣੇ ਹੈ, ਔਰ ਇਹਨਾਂ ਨੇ ਇੱਕ ਨਹੀਂ ਦੋ ਨਹੀਂ ਬਹੁਤ ਸਾਲਾਂ ਦੇ ਸਾਲ ਬੱਧੀ ਮਿਹਨਤ ਕੀਤੀ ਹੈ, ਤਾਂ ਕਿਤੇ ਜਾ ਕੇ ਉਸ ਮੁਕਾਮ ਤੇ ਪਹੁੰਚੇ ਹੈ। ਮਾਂ ਬਾਪ ਕੋਲੋਂ ਨੌਲੇਜ ਮਿਲ ਸਕਦੀ ਹੈ, ਇੱਥੇ ਜੀਨੀਅਸ ਦੀ ਗੱਲ ਨਹੀਂ ਮੈਂ ਕਰਦਾ, ਸਿਰਫ ਨੌਲੇਜ ਦੀ ਕਰਦਾ। ਨੌਲੇਜ ਮਿਲ ਸਕਦੀ ਹੈ, ਉਹ ਵੀ ਜੇ ਬੱਚੇ ਦਾ ਦਿਮਾਗ ਇੰਨਾ ਬੁੱਝ ਹੈ ਵੀ ਉਹਦੇ 'ਚ ਉਹ ਸਮਝ ਵੜਦੀ ਨਹੀਂ ਜਿਹੜੀ ਮਾਂ ਬਾਪ ਉਹਨੂੰ ਸਮਝਾਉਂਦੇ ਆ, ਤੇ ਜੀਨੀਅਸ ਤੋਂ ਛੱਡੋ, ਉਹ ਸਮਝਦਾਰ ਵੀ ਨਹੀਂ ਬਣ ਸਕਦਾ। ਅੱਛਾ, 1869 ਦੇ ਵਿੱਚ ਫ੍ਰਾਂਸਿਸ ਗਾਲਟਨ, ਇਹ ਬ੍ਰਿਟਿਸ਼ ਕੋਈ ਲਿਖਾਰੀ ਹੋਇਆ, ਉਹਨੇ ਕਿਤਾਬ ਇੱਕ ਕੱਢੀ, ਉਹਦਾ ਨਾਮ ਸੀ ਹੈਰੀਡਿਟਰੀ ਜੀਨੀਅਸ। ਹਾਂਜੀ, ਉਹ ਕਹਿਣਾ ਚਾਹੁੰਦਾ ਸੀਗਾ ਵੀ ਜੀਨੀਅਸ ਜਿਹੜੇ ਨਾ ਉਹ ਜੈਨੇਟਿਕਲੀ ਹੁੰਦੇ ਆ, ਵੀ ਜੇ ਪਿਓ ਜੀਨੀਅਸ ਹੈ ਤੇ ਮੁੰਡਾ ਵੀ ਜੀਨੀਅਸ ਹੀ ਹੋਊਗਾ। ਅੱਛਾ, ਤੇ ਜੇ ਪਿਓ ਦੇ 4 ਮੁੰਡੇ ਵੀ ਚਾਰੇ ਜੀਨੀਅਸ ਹੋਣਗੇ, ਤੇ ਕੀ ਜੇ ਉਹਨਾਂ ਚੋਂ ਇੱਕ ਜੀਨੀਅਸ ਐਕਸੀਡੈਂਟਲੀ ਹੋ ਵੀ ਗਿਆ ਤੇ ਜਿਹੜੇ ਬਾਕੀ ਦੇ 3 ਉਹ ਨਹੀਂ ਹੋਏ, ਫਿਰ ਤੁਸੀਂ ਕਿੱਦਾਂ ਕਹਿ ਸਕਦੇ ਹੋ ਵੀ ਉਹ ਜੈਨੇਟਿਕਲੀ ਜੀਨੀਅਸ ਹੋਣਗੇ? ਤੇ ਮੋਟੀ ਜੀ ਗੱਲ ਇਹ ਮੁੱਕਦੀ ਹੈ, ਜੀਨੀਅਸ ਬਣਨ ਲਈ ਬਹੁਤ ਜ਼ਿਆਦਾ ਮਿਹਨਤ, ਲਗਨ, ਹਿੰਮਤ ਦੀ ਲੋੜ ਹੈ। ਬਿਲਕੁਲ, ਔਰ ਲੋਕੀ ਉਹਨਾਂ ਨੂੰ ਮੂਰਖ ਵੀ ਕਹਿੰਦੇ ਰਹੇ ਹੈ। ਬਿਲਕੁਲ ਬਿਲਕੁਲ ਕਹਿੰਦੇ ਰਹੇ। ਯੈਸ ਯੈਸ, ਧਰਤੀ ਘੁੰਮਦੀ ਹੈ ਤੇ ਉਹ ਬੰਦੇ ਨੂੰ ਸਜ਼ਾ ਦਿੱਤੀ ਗਈ ਵੀ ਗਲੀਲੀਓ ਨੂੰ। ਯੈਸ, ਹਾਂਜੀ, ਜਿਹਨੂੰ ਸਜ਼ਾ ਦਿੱਤੀ ਵੀ ਇਹ ਤਾਂ ਰੱਬ ਦੀ ਕੁਦਰਤ ਨੂੰ ਝੁਠਲਾਉਣ ਵਾਲਾ ਬੰਦਾ ਹੈ। ਅੱਛਾ, ਆਪਣੀ ਗੱਲ ਨੂੰ ਪ੍ਰੂਵ ਕਰਨ ਲਈ ਪੁਆਇੰਟ ਮੈਨੂੰ ਜਿਹੜਾ ਆਪਣੇ ਜੀਨੀਅਸ ਦਾ ਹੈ, ਇੱਕ ਛੋਟੀ ਜਿਹੀ ਤੁਹਾਨੂੰ ਹਾਸੇ ਵਾਲੀ ਗੱਲ ਦੱਸਣੀ ਪਊਗੀ, ਔਰ ਮੈਂ ਹੱਥ ਬੰਨ੍ਹ ਕੇ ਮਾਫੀ ਮੰਗ ਲਵਾਂ, ਇਹ ਅਸ਼ਲੀਲ ਨਹੀਂ ਹੈ, ਇਹ ਬਿਲਕੁਲ ਲੱਚਰ ਜਾਂ ਅਸ਼ਲੀਲ ਨਹੀਂ ਹੈ, ਲੇਕਿਨ ਇਹਦੇ 'ਚ ਗੱਲ ਸਮਝ ਆਉਂਦੀ ਹੈ ਵੀ ਜਿਹੜੇ ਲੋਕੀ ਇਹ ਮਹਿਸੂਸ ਕਰਦੇ ਨੇ ਕਿ ਜੈਨੇਟਿਕਲੀ ਜੀਨੀਅਸ ਬੰਦੇ ਹੋ ਸਕਦੇ ਆ, ਉਹਨਾਂ ਵਾਸਤੇ ਇੱਕ ਸੁਨੇਹਾ ਵੀ ਅੱਖਾਂ ਦਾ ਰੰਗ, ਵਾਲਾਂ ਦਾ ਰੰਗ, ਔਰ ਵਾਲਾਂ ਦਾ ਸੰਘਣਾ ਹੋਣਾ, ਲੰਬਾ ਹੋਣਾ, ਛੋਟੀ ਉਮਰੇ ਗੰਜਾ ਹੋ ਜਾਣਾ, ਕੱਦ ਕਾਠ, ਡੀਲ ਡੌਲ, ਚਮੜੀ ਦਾ ਰੰਗ, ਇਹ ਸਭ ਗੱਲਾਂ ਤਾਂ ਜੈਨੇਟਿਕਲੀ ਪ੍ਰੂਵ ਹੁੰਦੀਆਂ ਨੇ। ਹੁਣ ਜਿਹੜੇ ਆਪਾਂ ਬੰਦੇ ਇੰਡੀਆ 'ਚੋਂ ਆਏ ਹੋਏ ਆ ਤੇ ਸਾਡਾ
ਜਿਹੜਾ ਰੰਗ ਹੈਗਾ ਉਹ ਅੰਗਰੇਜ਼ਾਂ ਨਾਲ ਨਹੀਂ ਮਿਲਦਾ, ਕਿਉਂਕਿ ਜੈਨੇਟਿਕਲੀ ਸਾਨੂੰ ਉਹ ਰੰਗ ਮਿਲਿਆ, ਸਾਡੀਆਂ ਅੱਖਾਂ ਦਾ ਰੰਗ ਵੀ ਪਲੱਸ এনवायरमेंट ਦਾ ਫਰਕ ਹੈ, এনवायरमेंट ਦਾ ਫਰਕ ਵੀ ਹੈਗਾ। ਅੱਛਾ, ਉਹ ਜਿਹੜੀ ਹਾਸੇ ਵਾਲੀ ਗੱਲ ਹੈਗੀ ਆ ਤੇ ਉਹ ਮੈਂ ਫੇਰ ਕਹਿ ਦਵਾਂ ਅਸ਼ਲੀਲ ਨਹੀਂ ਹੈ। ਕੋਈ ਹਸਬੈਂਡ ਵਾਈਫ ਸੀ, ਉਹਨਾਂ ਦਾ ਇੱਕ ਬੱਚਾ ਪੈਦਾ ਹੋਇਆ, ਮੈਂ ਦੱਸਣਾ ਨਹੀਂ ਵੀ ਉਹ ਕਿਹੜੇ ਕੰਟਰੀ ਦੇ ਜਾਂ ਕੀ ਸੀ, ਤੇ ਉਹ ਬੱਚੇ ਦੀਆਂ ਅੱਖਾਂ ਜਿਹੜੀਆਂ ਸੀਗੀਆਂ ਗੋਲ ਸੀਗੀਆਂ ਔਰ ਕਾਲੀਆਂ ਵੀ ਸੀ ਔਰ ਬਾਲਾਂ ਦਾ ਰੰਗ ਵੀ ਕਾਲਾ ਸੀਗਾ ਬੇਬੀ। ਤੇ ਉਹ ਕਹਿੰਦੇ ਇਹਦਾ ਨਾਂ ਕੀ ਰੱਖੇ, ਕਹਿੰਦੇ ਇਹਦਾ ਨਾਂ ਰੱਖੋ ਵਿੰਗ ਵਿੰਗ ਵੋਂਗ। ਤੇ 2 ਸਾਲ ਬਾਅਦ ਇੱਕ ਹੋਰ ਬੱਚਾ ਪੈਦਾ ਹੋਇਆ, ਅੱਖਾਂ ਕਾਲੀਆਂ, ਵਾਲ ਵੀ ਕਾਲੇ, ਅੱਖਾਂ ਗੋਲ, ਮੂੰਹ ਗੋਲ, ਇਹਦਾ ਨਾਂ ਕੀ ਰੱਖੇ, ਕਹਿੰਦੇ ਜੀ ਜ਼ਿੰਗ ਜ਼ਿੰਗ ਜ਼ੋਂਗ। ਤੇ ਕੁਝ ਸਾਲ ਬਾਅਦ ਇੱਕ ਬੱਚਾ ਫੇਰ ਪੈਦਾ ਹੋ ਗਿਆ ਤੇ ਉਹਦੀਆਂ ਅੱਖਾਂ ਹੁਣ ਨੀਲੀਆਂ ਤੇ ਵਾਲ ਭੂਰੇ ਤੇ ਚਮੜੀ ਵੀ ਹੋਰ ਤਰ੍ਹਾਂ ਦੀ। ਉਹ ਕਹਿੰਦੇ ਵੀ ਇਹਦਾ ਹੁਣ ਕੀ ਨਾਂ ਰੱਖੀਏ, ਉਹ ਕਹਿੰਦੇ ਜੀ ਸਮਥਿੰਗ ਰੋਂਗ। ਮੇਰਾ ਮਤਲਬ ਕਹਿਣ ਦਾ ਇਹ ਹੈ, ਇਹ ਪ੍ਰੂਵ ਹੁੰਦਾ ਇੱਥੇ ਕਿ ਛੋਟੀ ਉਮਰੇ ਗੰਜੇ ਹੋ ਜਾਣਾ, ਜਿਹੜਾ ਹੁਣ ਗੰਜਾ ਬੱਚਾ ਉਹਦਾ ਮੰਨਿਆ ਜਾਂਦਾ ਵੀ ਉਹਦਾ ਜਿਹੜਾ ਬੇਟਾ ਹੋਊਗਾ ਉਹ ਵੀ ਛੋਟੀ ਉਮਰੇ ਹੀ ਗੰਜਾ ਹੋ ਜਾਊਗਾ। ਵਾਲ ਸੰਘਣੇ ਹੋਣ ਜਾਂ ਕੀ ਕਹਿੰਦੇ ਥਿਨ ਹੇਅਰ ਹੋਣ, ਉਹ ਸਭ ਕੁਝ ਜੈਨੇਟਿਕਲੀ ਜਿਹੜਾ ਮੰਨਿਆ ਜਾਂਦਾ ਵੀ ਉਹ ਤੁਸੀਂ ਜੀਨਸ ਤੋਂ ਲੈਂਦੇ ਹੋ। ਲੇਕਿਨ ਜਿਹੜਾ ਜੀਨੀਅਸ ਹੋਣਾ ਨਾ, ਇੱਕ ਤੁਸੀਂ, ਮੈਂ ਆਖਰੀ ਲਫ਼ਜ਼ ਹੀ ਕਹਿ ਕੇ ਬੰਦ ਕਰੂੰਗਾ, ਇੱਕ ਦੈਵੀ ਯੋਗਤਾ ਹੈ। ਇਹ ਕਿਤੋਂ ਦਿੱਤੀ ਹੋਈ ਨਹੀਂ ਹੁੰਦੀ ਹੈਗੀ, ਇਹ ਤਾਂ ਕੁਦਰਤੀ ਜਿਹਨੂੰ ਆ ਜਾਵੇ ਔਰ ਉਹ ਮਿਹਨਤ ਲਗਨ ਔਰ ਹਿੰਮਤ ਕਰੇ ਤੇ ਉਹ ਫਿਰ ਜੀਨੀਅਸ ਬਣ ਜਾਂਦਾ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜੀਨੀਅਸ ਨਾਲ ਸਾਡਾ ਕਮ ਸੇ ਕਮ ਵਾਹ ਪਵੇ, ਉਹਨਾਂ ਦੀ ਸੰਗਤ ਵਿੱਚ ਸ਼ਾਇਦ ਸਾਨੂੰ ਵੀ ਕੁਛ ਸੇਧ ਮਿਲ ਸਕੇ, ਉਹਨਾਂ ਕੋਲੋਂ ਅਸੀਂ ਵੀ ਕੁਛ ਸਿੱਖ ਸਕੀਏ, ਭਾਵੇਂ ਜੀਨੀਅਸ ਨਾ ਹੀ ਬਣ ਸਕੀਏ ਲੇਕਿਨ ਪਤਾ ਤਾਂ ਹੋਵੇ ਨਾ ਵੀ ਜੀਨੀਅਸ ਲੋਕ ਕਿਹੋ ਜਿਹੇ ਹੁੰਦੇ ਆ, ਔਰ ਅਗਰ ਉਹਨਾਂ ਦੀ ਕੋਈ ਛੋਟੀ ਮੋਟੀ ਸਿੱਖਿਆ ਵੀ ਅਸੀਂ ਲੈ ਸਕੀਏ, ਜੀਵਨ ਨੂੰ ਸੁਧਾਰ ਸਕੀਏ, ਤਾਂ ਅਸੀਂ ਭਾਗਿਆਸ਼ਾਲੀ ਹੋਵਾਂਗੇ। ਥੈਂਕ ਯੂ ਵੈਰੀ ਮਚ। ਥੈਂਕ ਯੂ ਮੇਰੇ ਵੀਰ ਜਗਦੀਸ਼ ਸਿੰਘ ਜੀ। ਇਹ ਤਾਂ ਸੀ ਜੀ ਜਗਦੀਸ਼ ਸਿੰਘ ਹੁਣੀ ਗਲਾਸਗੋ ਤੋਂ, ਸਕਾਟਲੈਂਡ ਤੋਂ। ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ, ਸਰਜੀਤ ਪਾਤਰ ਦਾ ਬਹੁਤ ਵਧੀਆ ਸ਼ੇਰ ਹੈਗਾ। ਜਿਹੜੇ ਜੀਨੀਅਸ ਲੋਕ ਹੁੰਦੇ ਹੈਗੇ ਆ ਉਹ ਵੱਖਰੇ ਰਾਹ ਬਣਾਉਂਦੇ ਹੈ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਡਾਕਟਰ ਸਾਹਿਬ, ਨਮਸਕਾਰ, ਜੈ ਭੀਮ ਜੈ ਭਾਰਤ ਜੀ। ਹਾਂ, ਜੈ ਭੀਮ ਜੈ ਭਾਰਤ। ਪ੍ਰੇਮ ਮਾਨ ਜੀ, ਕੀ ਕਹਿਣਾ ਚਾਹੋਗੇ? ਇਹ ਜਿਹੜਾ ਤੁਸੀਂ ਨਾ ਸਬਜੈਕਟ ਲੈ ਕੇ ਆਏ ਬਹੁਤ ਵਧੀਆ ਜੀ। ਦੇਖੋ ਜੀ, ਜਿਹੜਾ ਨਾ ਇੱਕ ਸਾਈਕੋਲੋਜੀ ਤੁਸੀਂ ਤਾਂ ਪੜ੍ਹੀ ਹੈ, ਸਾਈਕੋਲੋਜੀ ਇੱਕ ਚੈਪਟਰ ਆਉਂਦਾ, ਉਹਦੇ ਵਿੱਚ ਪੇਪਰ ਦੇ ਉੱਤੇ ਸਿਆਹੀ ਪਾ ਕੇ ਉਹਨੂੰ ਫੋਲਡ ਕਰਕੇ ਤੇ ਉਹਨੂੰ ਖੋਲ ਦਿੱਤਾ ਜਾਂਦਾ ਤੇ ਬੱਚੇ ਨੂੰ ਪੁੱਛਿਆ ਜਾਂਦਾ ਇਹ ਕੀ ਆ। ਉਹ ਕਈ ਤੇ ਬੱਚੇ ਦੱਸਦੇ ਸ਼ੇਰ ਆ, ਕੋਈ ਕਹਿੰਦਾ ਇਹ ਐਰੋਪਲੇਨ ਆ, ਕੋਈ ਕਹਿੰਦਾ ਉਹ ਡਿਫਰੈਂਟ ਉਹਨਾਂ ਦੇ ਦਿਮਾਗ ਦੀ ਜਿਹੜੀ ਸੋਚ ਹੁੰਦੀ ਹੈ ਨਾ, ਉਹ ਆਪਣੇ ਆਈਡੀਆ ਦੇ ਨਾਲ ਉਸ ਦਾ ਐਗਜ਼ਾਮਪਲ ਦਿੰਦੇ ਆ ਉਹ। ਤੇ ਇਸ ਕਰਕੇ ਬੱਚੇ ਦਾ ਪਤਾ ਲੱਗ ਜਾਂਦਾ ਕਿ ਇਹ ਬੱਚਾ ਕਿੱਧਰ ਨੂੰ ਜਾ ਸਕਦਾ। ਤੇ ਉਹਦੇ ਕਿਉਂਕਿ ਉਹਦੇ ਬ੍ਰੇਨ ਦੇ ਵਿੱਚ ਉਹ ਚੀਜ਼ਾਂ ਹੁੰਦੀਆਂ, ਉਹ ਸੋਚ ਥਾਟਸ ਹੁੰਦੀ ਆ। ਤੇ ਬਾਕੀ ਜਿਹੜਾ ਹੈਗਾ ਆ ਜੀਨੀਅਸ ਬਣਨਾ, ਉਹਦੇ ਵਿੱਚ ਜਿਹੜਾ ਬਿਹੇਵ ਆ ਨਾ, ਉਹ ਬਹੁਤ ਇੰਪੋਰਟੈਂਟ ਆ। ਬਿਲਕੁਲ। ਔਰ ਪਰਫੈਕਟ ਜਿਹੜੀ ਜਿੱਦਾਂ ਪ੍ਰੈਕਟਿਸ ਜਿਹੜੀ ਉਹ ਹਮੇਸ਼ਾ ਪ੍ਰੈਕਟਿਸ ਮੇਕ ਇਟ ਪਰਫੈਕਟ। ਇਸ ਕਰਕੇ ਪ੍ਰੈਕਟਿਸ ਦੀ ਬਹੁਤ ਜ਼ਰੂਰਤ ਹੁੰਦੀ ਹੈ। ਤੇ ਦੂਸਰਾ ਹੈਗਾ ਰਾਈਟ ਥਾਟ। ਅਗਰ ਤੁਹਾਡੀ ਸੱਚੀ ਰਾਈਟ ਥਾਟਸ ਹੈਗੀ ਆ, ਉਹਦੇ ਨਾਲ ਤੁਸੀਂ ਜਿਹੜਾ ਕੰਮ ਕਰੋਗੇ ਉਹ ਬਿਲਕੁਲ ਤੁਸੀਂ ਉਹ ਰਾਈਟ ਕੰਮ ਹੀ ਕਰੋਗੇ। ਕਿਉਂਕਿ ਜਦੋਂ ਤੁਹਾਡੇ ਦਿਮਾਗ ਨੇ ਇਹ ਸੋਚਣਾ ਕਿ ਗਲਤ ਆ ਜਾਂ ਰਾਈਟ ਆ, ਇਹਨੂੰ ਕਿੱਦਾਂ ਕਰਨਾ, ਉਹ ਤੁਸੀਂ ਆਪਣੇ ਆਪ ਹੀ ਤੁਸੀਂ ਉਸ ਕੰਮ ਨੂੰ ਕਰੋਗੇ। ਕਿਉਂਕਿ ਤੁਹਾਨੂੰ ਪਤਾ ਆ ਕਿ ਇਹ ਮੈਂ ਜਿਹੜਾ ਕੰਮ ਕਰ ਰਿਹਾ ਇਹ ਇਸ ਤਰੀਕੇ ਨਾਲ ਹੋਣਾ ਜਾਂ ਇਸ ਤਰੀਕੇ ਨਾਲ ਹੋਣਾ। ਕਿਉਂਕਿ ਡਾਕਟਰ ਜਿਹੜੇ ਆ, ਦੇਖੋ ਉਹਨਾਂ ਦੇ ਆਪਰੇਸ਼ਨ ਕਰਨ ਦਾ ਕਿੰਨਾ ਤਰੀਕਾ ਹੁੰਦਾ ਤੇ ਸਾਰਾ ਕੁਝ ਉਹਨਾਂ ਦੀ ਉਹ ਇਸੇ ਕਰਕੇ ਉਹਨਾਂ ਦੀ ਪ੍ਰੈਕਟਿਸ ਹੀ ਉਹ ਆਪਰੇਸ਼ਨ ਦਾ ਦੱਸਦੀ ਹੈ ਕਿ ਉਹ ਪਰਫੈਕਟ ਮੰਨਦੇ ਹੈਗੇ ਆ। ਕਿਉਂਕਿ ਇਸੇ ਕਰਕੇ ਜਿਹੜੀ ਸਪੀਚ ਹੈ ਨਾ ਬੰਦੇ ਦੀ, ਇਹ ਵੀ ਰਾਈਟ ਹੋਣੀ ਚਾਹੀਦੀ ਹੈ। ਲੋਕਾਂ ਦੇ ਵਿੱਚ ਵਿਚਰਨਾ ਕਿੱਦਾਂ, ਬਿਹੇਵ ਕਿੱਦਾਂ ਕਰਨਾ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨਾ ਉਹ ਬੰਦੇ 'ਚ ਖੂਬੀਆਂ ਹੋਣ, ਉਹੀ ਬੰਦਾ ਜੀਨੀਅਸ ਹੋ ਸਕਦਾ। ਤੇ ਦੂਸਰਾ ਸੁਣਨ ਲਈ ਉਹ ਬੰਦਾ, ਕੋਈ ਵੀ ਬੱਚਾ ਵੀ ਤੁਹਾਨੂੰ ਇੱਕ ਕਿਸੇ ਸਬਜੈਕਟ ਬਾਰੇ ਬੋਲਦਾ, ਤੁਹਾਨੂੰ ਉਹਨੂੰ ਸੁਣਨਾ ਚਾਹੀਦਾ ਕਿ ਕਿਹੜੀ ਗੱਲ ਬੱਚਾ ਕਹਿ ਰਿਹਾ, ਉਹਨੂੰ ਅਬਜ਼ਰਵ ਕਰੋ ਕਿ ਇਹ ਰਾਈਟ ਹੈ ਕਿ ਰੋਂਗ ਆ। ਕਿਉਂਕਿ ਹਰੇਕ ਤੁਹਾਨੂੰ ਕਿਸੇ ਨਾ ਕਿਸੇ ਕੋਲੋਂ ਲੈਸਨ ਮਿਲ ਸਕਦਾ। ਤੇ ਇਸ ਕਰਕੇ ਜੀਨੀਅਸ ਬਣਨ ਲਈ ਆਦਮੀ ਦੇ ਵਿੱਚ ਬਹੁਤ ਖੂਬੀਆਂ ਹੋਣੀਆਂ ਚਾਹੀਦੀਆਂ, ਤਾਂ ਉਹ ਜੀਨੀਅਸ ਬਣ ਸਕਦਾ। ਤੇ ਇਹ ਜਿਹੜੀ ਚੀਜ਼ ਹੈ ਸਬਜੈਕਟ ਤੁਸੀਂ ਬਹੁਤ ਵਧੀਆ ਲੈ ਕੇ ਆਉਂਦੇ ਹੋ।
ਤੇ ਬਾਕੀ ਤਾਂ ਸਾਰਾ ਤੁਸੀਂ ਮੇਰੇ ਜਿੰਨੇ ਵੀ ਸਪੀਕਰਸ ਆਏ ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਐਕਸਪਲੇਨ ਕੀਤਾ। ਜੀਨੀਅਸ ਬਣਨ ਦੇ ਲਈ ਆਦਮੀ ਦੇ ਵਿੱਚ ਇਹ ਜਿਹੜੀਆਂ ਕੈਟੇਗਰੀਆਂ ਹੋਣ ਇਹ ਜ਼ਰੂਰ ਹੋਣੀਆਂ ਚਾਹੀਦੀਆਂ। ਇੰਨਾ ਹੀ ਕਹਿੰਦਾ ਹੋਇਆ ਤੁਹਾਡਾ ਟਾਈਮ ਦੇਣ ਦਾ ਬਹੁਤ ਬਹੁਤ ਥੈਂਕ ਯੂ ਜੀ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਮੇਰੇ ਵੀਰ ਪ੍ਰੇਮ ਮਾਨ ਹੋਣੀ ਲੰਡਨ ਤੋਂ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਵੱਖਰੇ ਵੱਖਰੇ ਵਿਚਾਰ ਜਾਣੀ ਕਿ ਆ ਰਹੇ ਹੈਗੇ ਆ। ਅਤੇ ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ, ਮੈਂ ਡਾਕਟਰ ਮੁਹੰਮਦ ਬੋਲ ਰਿਹਾ। ਮੁਹੰਮਦ ਸਾਹਿਬ, ਤੁਸੀਂ ਕੀ ਸੋਚਦੇ ਆ ਜੀਨੀਅਸ ਬਾਰੇ? ਜੀਨੀਅਸ ਵੈਰੀ ਵਾਈਡ ਸਬਜੈਕਟ ਹੈਗਾ, ਲੇਕਿਨ ਇਹ ਕਿ ਜੀਨੀਅਸ ਵਿੱਚ ਮੇਰਾ ਖਿਆਲ ਹੈ ਇਨਵਾਇਰਮੈਂਟ ਤੋਂ ਜ਼ਿਆਦਾ ਜੈਨੇਟਿਕ ਫੈਕਟਰ ਇਜ਼ ਮੋਰ ਇੰਪੋਰਟੈਂਟ। ਹੁਣ ਜਿਸ ਤਰ੍ਹਾਂ ਤੁਸੀਂ ਆਪਣੇ ਇੰਟਰੋਡਕਸ਼ਨ 'ਚ ਲਤਾ ਮੰਗੇਸ਼ਕਰ ਦਾ ਜ਼ਿਕਰ ਕੀਤਾ ਹੈ, ਉਹ ਬਚਪਨ ਤੋਂ ਹੀ ਉਹ ਮਤਲਬ ਉਹਨੂੰ ਗਾਣੇ ਦਾ ਮਹਾਰਤ ਸੀ। ਇੰਨੇ ਗਾਣ ਵਾਲੇ ਆਏ, ਲੇਕਿਨ ਉਹਦਾ ਨਾਮ ਗਿਨੀਸ ਬੁੱਕ ਆਫ ਰਿਕਾਰਡ 'ਚ ਉਹਨੇ ਬੇਸ਼ੁਮਾਰ ਜ਼ੁਬਾਨਾਂ 'ਚ ਗਾਣੇ ਗਾਏ। ਤੇ ਆਈ ਥਿੰਕ ਹਰ ਫੀਲਡ ਸਪੈਸੀਫਿਕ ਫੀਲਡ ਹੁੰਦਾ ਜਿਹਦੇ ਜੀਨੀਅਸ ਹੁੰਦੇ ਨੇ। ਇੱਕ ਹੋਰ ਤੁਹਾਨੂੰ ਮੈਂ ਮਿਸਾਲ ਦੇਣਾ, ਪਾਕਿਸਤਾਨ ਦੇ ਪਹਿਲੇ ਨੋਬਲ ਪ੍ਰਾਈਜ਼ ਵਿਨਰ ਸਨ ਡਾਕਟਰ ਅਬਦੁਲ ਸਲਾਮ। ਹਾਂਜੀ, ਉਹਨਾਂ ਨਾਲ ਮੇਰੀ ਇੱਕ ਦੋ ਕਾਫੀ ਮੁਲਾਕਾਤਾਂ ਵੀ ਹੋਈਆਂ। ਉਹ ਸਾਇੰਟੀਫਿਕ ਐਡਵਾਈਜ਼ਰ ਸਨ ਪ੍ਰੈਜ਼ੀਡੈਂਟ ਦੇ। ਤੋ ਹੀ ਹੈਡ ਅ ਵੈਰੀ ਬ੍ਰਾਈਟ ਐਕੈਡੈਮਿਕ ਰਿਕਾਰਡ। ਮੈਟ੍ਰਿਕ 'ਚ ਉਹਨਾਂ ਨੇ ਟੌਪ ਕੀਤਾ। ਫਿਰ ਜਿੱਥੇ ਉਹ ਪੜ੍ਹਾਈ ਕੀਤੀ ਉਹਨਾਂ ਬੜੇ ਬ੍ਰਾਈਟ ਸਨ, ਤੇ ਉਹ ਇੱਥੇ ਲੰਡਨ 'ਚ ਨਿਊਕਲੀਅਰ ਫਿਜ਼ਿਕਸ ਦੇ ਪ੍ਰੋਫੈਸਰ ਵੀ ਸਨ। ਤੇ ਉਹ ਐਵੇਂ ਕਿ ਜਿਹੜੀ ਜੀਨੀਅਸ ਤੋਂ ਪਤਾ ਲੱਗ ਜਾਂਦਾ ਇੱਕ ਬੱਚਾ ਹੁਣ ਜਿਹੜਾ ਇੰਟੈਲੈਕਚੁਅਲ ਹੈ ਉਹ ਬਚਪਨ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਜ਼ ਅ ਬ੍ਰਾਈਟ ਚਾਈਲਡ। ਹਰ ਸਕੂਲ 'ਚ ਕਾਲਜ ਤੁਸੀਂ ਦੇਖੋਗੇ ਕਿ ਬ੍ਰਾਈਟ ਬੱਚੇ ਵੀ ਹੁੰਦੇ ਨੇ, ਕੁਛ ਡਲ ਕਿਸਮ ਦੇ ਵੀ ਹੁੰਦੇ ਨੇ। ਤੇ ਜਿਹੜੀ ਹੈ ਨਾ ਜੀਨੀਅਸ ਡਿਪਿਕਟਡ ਇਨ ਡਿਫਰੈਂਟ ਫੀਲਡਸ, ਲੇਕਿਨ ਬਚਪਨ ਤੋਂ ਹੀ ਪਤਾ ਲੱਗ ਜਾਂਦਾ ਹੈ। ਚਾਈਲਡਹੁੱਡ ਤੁਸੀਂ ਅੰਦਾਜ਼ਾ ਲਾ ਲੈਂਦੇ ਹੋ ਕਿ ਬੱਚਾ ਜੀਨੀਅਸ ਬੜਾ ਹੋ ਕੇ ਜੀਨੀਅਸ ਬਣੇਗਾ ਜਾਂ ਕੀ ਬਣੇਗਾ। ਠੀਕ ਹੈ ਜੀ, ਥੈਂਕ ਯੂ ਮੇਰੇ ਵੀਰ। ਇਹ ਤਾਂ ਸੀ ਡਾਕਟਰ ਮੁਹੰਮਦ ਹੋਣੀ, ਜਿਨ੍ਹਾਂ ਨੇ ਆਪਣੇ ਵਿਚਾਰ ਆਪਣੇ ਸਾਰਿਆਂ ਨਾਲ ਸਾਂਝੇ ਕੀਤੇ। ਤੁਸੀਂ ਵੀ ਟੈਲੀਫੋਨ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਆ। ਤੁਹਾਡਾ ਖਿਆਲ ਕੀ ਹੈਗਾ ਜੀਨਸ ਕੀ ਹੁੰਦਾ? ਕਈ ਕਹਿੰਦੇ ਜੀਨਸ ਦਾ ਇੱਥੇ ਬਹੁਤ ਵੱਡਾ ਅਸਰ ਹੈਗਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਮੈਂ ਤੋਂ ਬੋਲਦੀ ਹਾਂ ਲੰਡਨ ਤੋਂ। ਹੈਲੋ, ਮੇਰੀ ਥੋੜੀ ਆਵਾਜ਼ ਤੁਸੀਂ ਹੈ ਨਾ ਉਹ ਟੈਲੀਫੋਨ ਦੇ ਕੋਲ ਹੋ ਕੇ ਗੱਲ ਕਰੋ। ਸਾਰਾ ਟੈਲੀਫੋਨ ਬਦਲ ਲੈਂਦੇ। ਹਾਂਜੀ, ਜਦੋਂ ਤੁਸੀਂ ਟੈਲੀਫੋਨ ਕਾਲ ਕਰਦੇ ਹੈਗੇ ਆ ਉਦੋਂ ਇੱਕ ਤਾਂ ਆਪਣੇ ਟੈਲੀਵਿਜ਼ਨ ਦੀ ਆਵਾਜ਼ ਨੂੰ ਬਹੁਤ ਬੰਦ ਕਰ ਦਿਓ, ਯਾਨੀ ਕਿ ਜਾਂ ਬਹੁਤ ਘੱਟ ਕਰੋ, ਅਤੇ ਸਿਰਫ ਟੈਲੀਫੋਨ ਦੇ ਥਰੂ ਯਾਨੀ ਕਿ ਮੇਰੇ ਨਾਲ ਗੱਲ ਕਰੋ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? डॉक्टर साहब नमस्कार। हाँ जी नमस्कार सुमन साहब। हाँ जी, क्या ठीक हो? मैं ठीक है। तुहानू कभी कोई जीनियस मिलिया? जीनियस, दैट्स अ वेरी गुड क्वेश्चन। जीनियस डॉक्टर साहब मिलिया भी है ते नहीं भी मिलिया। हाँ जी, ये करियर क्वालिटी है जिन्हें लभना भी मुश्किल है। ये कोई ऑर्डनरी क्वालिटी नहीं गी। बिल्कुल। ਤੁਸੀਂ ਆਰਟਿਸਟ ਕਰਾਫਟਸਮੈਨ ਆਲ ਸੌਰਟਸ ਆਫ ਪੀਪਲ ਟੈਲੈਂਟ ਪੀਪਲ ਫਿਰ ਮਿਲ ਲਓਗੇ, ਲੇਕਿਨ ਇੱਕ ਜੀਨੀਅਸ ਨੂੰ ਲੱਭਣਾ ਬਹੁਤ ਮੁਸ਼ਕਿਲ ਹੈ। ਉਹਦੀ ਪਹਿਚਾਣ ਜਿਹੜੀ ਹੈ ਡਾਕਟਰ ਸਾਹਿਬ, ਇੱਕ ਇੰਗਲਿਸ਼ ਦੀ ਮਤਲਬ ਨੂੰ ਸੇਇੰਗ ਆ ਵੀ ਜੇ ਨਾ ਤੁਸੀਂ ਵਰਲਡ ਦੇ ਵਿੱਚ ਇੱਕ ਜੀਨੀਅਸ ਨੂੰ ਲੱਭਣਾ ਹੋਵੇ ਤੇ ਉਹਦਾ ਸਾਈਨ ਕੀ ਆ? ਉਹ ਕਹਿੰਦਾ ਸਾਈਨ ਉਹਦਾ ਇਹ ਆ ਵੀ ਜਦ ਨਾ ਸਾਰੀ ਜਨਤਾ ਹੀ ਉਹਦੇ ਖਿਲਾਫ ਹੋਵੇ, ਜਿਵੇਂ ਉਹਨੂੰ ਪਾਗਲ ਸਮਝਦੇ ਹੋਣ, ਕਮਲਾ ਸਮਝਦੇ ਹੋਣ, ਤੇ ਉਹ ਉਹਦੀ ਨਿਸ਼ਾਨੀ ਆ। ਬਿਲਕੁਲ ਬਿਲਕੁਲ। ਹੁਣ ਮੈਂ ਤੁਹਾਨੂੰ ਮਿਸਾਲ ਦਿੰਦਾ ਇੱਕ ਮਾੜੀ ਜਿਹੀ। ਇੱਕ ਦਿਨ ਇੱਕ ਭਾਈ ਸਾਹਿਬ ਆਏ ਸਨ, ਮੈਂ ਉਹਨਾਂ ਦੀ ਨਾਂ ਤੋਂ ਮੈਨੂੰ ਯਾਦ ਨਹੀਂ, ਉਹਨਾਂ ਨੇ ਐਰੋਪਲੇਨ ਬਾਰੇ ਉਹ ਗੱਲ ਕਰ ਰਹੇ ਸੀਗੇ। ਹਾਂਜੀ ਹਾਂਜੀ, ਕਿ ਇਹਨੇ ਕਿਹਨਾਂ ਨੇ ਇਨਵੈਂਟ ਕੀਤਾ? 1903 ਦੇ ਕਰੀਬ ਉਹ ਗੱਲ ਕਰ ਰਹੇ। ਰਾਈਟ ਬ੍ਰਦਰਸ ਨੇ ਕੀਤਾ ਸੀ। ਹਾਂਜੀ, ਅਮਰੀਕਨਸ। ਹਾਂ, ਦੋ ਭਰਾ ਸੀਗੇ। ਜਿਹੜੇ ਦੋ ਬ੍ਰਦਰ ਸੀਗੇ, ਹਾਂ ਹਾਂ, ਉਹਨਾਂ ਨੇ ਐਰੋਪਲੇਨ ਦੀ ਇਨਵੈਂਸ਼ਨ ਕੀਤੀ। ਹਾਂਜੀ ਹਾਂਜੀ। ਹੋ ਸਕਦਾ ਉਸ ਟਾਈਮ ਤੇ ਉਹਨਾਂ ਨੂੰ ਜਿਹੜੇ ਉਸ ਟਾਈਮ ਦੇ ਜਿਹੜੇ ਮਤਲਬ ਕਨਫੈਡਰੇਸ਼ਨ ਸੀ ਜਾਂ ਜਿਹੜੇ
ਹਰ ਚੀਜ਼ ਨੂੰ ਮਤਲਬ ਕਹਿੰਦੇ ਇਹ ਕਮਲਾ ਆਦਮੀ ਹੈ, ਇਹ ਐਵੇਂ ਪਤੰਗ ਉਡਾਈ ਫਿਰਦੇ ਆ। ਮੈਂ ਸੁਮਨ ਸਾਹਿਬ ਉਹਨਾਂ ਤੇ ਇੱਕ ਮੁਖਾਲਫਤ ਹੋਈ ਹੋਊਗੀ। ਸੁਮਨ ਸਾਹਿਬ ਮੈਂ ਉਹਨਾਂ ਤੇ ਬਹੁਤ ਵੱਡਾ ਲੇਖ ਲਿਖਿਆ, ਕਿਸੇ ਦਿਨ ਪੜ੍ਹੂੰਗਾ ਵੀ। ਪੂਰੀ ਕਿਤਾਬ ਲਿਖੀ ਸਾਇੰਸਦਾਨਾਂ ਤੇ, ਉਹਨਾਂ ਦਾ ਬਹੁਤ ਵੱਡਾ ਮਖੌਲ ਉਡਾਇਆ ਗਿਆ ਅਖਬਾਰਾਂ ਵਿੱਚ ਵੀ। ਮੈਂ ਇਸੇ ਕਰਕੇ ਮੈਂ ਤੁਹਾਨੂੰ ਨਾ ਇੱਕ ਇੰਗਲਿਸ਼ ਦੀ ਸੇਇੰਗ ਵੀ ਇਸੇ ਕਰਕੇ ਸੁਣਾਈ ਸੀਗੀ। ਹਾਂ, ਇਹ ਇੱਕ ਮਸ਼ਹੂਰ ਸੇਇੰਗ ਹੈ ਵੀ ਵੀ ਜਿਹੜਾ ਇੱਕ ਜੇ ਤੁਸੀਂ ਨਾ ਕਿਸੇ ਜੀਨੀਅਸ ਨੂੰ ਲੱਭਣਾ ਹੋਵੇ ਤਾਂ ਜਦੋਂ ਉਹਦੀ ਹਰ ਪਾਸੇ ਜਿਹਨੂੰ ਕੁੱਤੇ ਮਰੇ ਤੁਰੇ ਫਿਰਦੇ ਹੋਣ ਤੇ ਕਮਲਾ ਕਹਿੰਦੇ ਤੂੰ ਕਮਲਾ ਤੁਰਿਆ ਫਿਰਦਾ, ਇਦਾਂ ਹੀ ਇਹ ਉਹਦੀ ਨਿਸ਼ਾਨੀ ਆ। ਪਰ ਉਹ ਜਿਹੜੇ ਲੋਕ ਹੈ, ਸੋ ਮੇਰਾ ਕਹਿੰਦਾ ਉਸ ਟਾਈਮ ਤੇ ਜਿਹੜੇ ਐਰੋਪਲੇਨ ਬਣਾਇਆ ਉਹ ਲੋਕੀ ਕਿੱਥੇ ਪਤੰਗ ਉਡਾਈ ਫਿਰਦੇ ਆ, ਲੇਕਿਨ ਉਹ ਲੋਕੀ ਜੀਨੀਅਸ ਸੀਗੇ। ਬਿਲਕੁਲ, ਜਿਹੜਾ ਉਹਨਾਂ ਦੇ ਦਿਲ 'ਚ ਇੱਕ ਏਮ ਸੀ, ਜੋ ਉਹਨਾਂ ਦੇ ਦਿਮਾਗ 'ਚ ਇੱਕ ਡਾਇਰੈਕਸ਼ਨ ਸੀਗੀ, ਉਹ ਤੋਂ ਡੈਵੀਏਟ ਨਹੀਂ ਹੋਏ। ਬਿਲਕੁਲ, ਸੂਨਰ ਔਰ ਲੇਟਰ ਅੱਜ ਆਪਾਂ ਸਾਰੇ ਉਹਨਾਂ ਹਵਾਈ ਜਹਾਜ਼ਾਂ ਤੁਰੇ ਫਿਰਦੇ ਆ। ਐਬਸੋਲੂਟਲੀ, ਇਹ ਉਹਨਾਂ ਜੀਨੀਅਸ ਲੋਕਾਂ ਦੀ ਕੈਪੈਸਿਟੀ ਕਰਕੇ ਤੁਰੇ ਫਿਰਦੇ ਆ ਕਿ ਉਹਨਾਂ ਕੋਲ ਡਾਕਟਰ ਸਾਹਿਬ ਇੱਕ ਇਨਫਿਨਿਟ ਕਿਸਮ ਦੀ ਕੈਪੈਸਿਟੀ ਹੁੰਦੀ ਨਾ ਲੋਕਾਂ ਕੋਲ। ਸੁਮਨ ਸਾਹਿਬ ਹਰ ਤਰ੍ਹਾਂ ਦਾ ਪੇਨ ਸਹਿਣਾ। ਸੁਮਨ ਸਾਹਿਬ ਜਦੋਂ ਐਡੀਸਨ ਨੇ ਬਲਬ ਦੀ ਖੋਜ ਕੱਢੀ ਆ ਤੇ ਉਹ 2000 ਤੋਂ ਵੀ ਜ਼ਿਆਦਾ ਇਨਕੇ ਵਾਰੀ ਫੇਲ ਹੋਇਆ ਤੇ ਉਹਨੂੰ ਕਹਿਣੇ ਝੱਖ ਮਾਰਦਾ ਕਮਲਾ ਹੋ ਗਿਆ। ਇਹ ਆਦਮੀ ਕਮਲਾ ਜਿਹਾ ਗੱਲਾਂ ਕੀ ਕਰ ਰਿਹਾ ਹੈਗਾ। ਹਾਂ, ਸੋ ਇਹ ਤਾਂ ਹੈਗੀ ਡਾਕਟਰ ਸਾਹਿਬ ਇੱਕ ਜੀਨੀਅਸ ਆਦਮੀ ਦੀ ਨਿਸ਼ਾਨੀ। ਅੱਜ ਨਾ ਆਪਾਂ ਕਈ ਦਫਾ ਦੇਖਦੇ ਹਾਂ, ਕਈ ਚੀਜ਼ਾਂ ਆਪਾਂ ਦੇਖਦੇ ਹਾਂ, ਆਪਾਂ ਕਹਿੰਦੇ ਵਾਟ ਇਜ਼ ਜੀਨੀਅਸ ਮੈਨ, ਵਾਟ ਇਜ਼ ਜੀਨੀਅਸ ਥਿੰਗ। ਉਹ ਰੇਅਰ ਕੁਆਲਿਟੀਜ਼ ਹੈ ਡਾਕਟਰ ਸਾਹਿਬ। ਆਪਾਂ ਅੱਜ ਜੋ ਵੀ ਕੁਛ ਨਾ ਆਪਾਂ ਇੰਜੋਏ ਕਰ ਰਹੇ ਹਾਂ, ਇਹ ਡਾਕਟਰ ਜੀਨੀਅਸ ਲੋਕਾਂ ਦੀ ਪਰਸਪੀਰੇਸ਼ਨ ਹੈ। ਐਬਸੋਲੂਟਲੀ, ਐਬਸੋਲੂਟਲੀ। 1% ਵਿੱਚ ਇਨਸਪੀਰੇਸ਼ਨ ਹੈ ਕਿ ਉਹਨਾਂ ਨੇ ਇੱਕ ਚੀਜ਼ ਨੂੰ ਨਹੀਂ ਦੇਖਿਆ ਕਿ ਉਹਨਾਂ ਕੋਲ ਇਨਸਪੀਰੇਸ਼ਨ ਨਹੀਂ ਹੁੰਦੀ ਡਾਕਟਰ ਸਾਹਿਬ ਕਿ ਉਹਨਾਂ ਨੇ ਇੱਕ ਚੀਜ਼ ਦੇਖੀ ਸੀ, ਉਹਨਾਂ ਦੇ ਦਿਮਾਗ 'ਚੋਂ ਐਕਸੀਡੈਂਟਲੀ ਸਮ ਪਾਵਰਸ ਕਮ ਇਨ ਦੈਟ ਆਈ ਵਾਂਟ ਟੂ ਡੂ ਸਮਥਿੰਗ ਦਿਸ ਥਿੰਗ। ਬਿਲਕੁਲ, ਬਿਲਕੁਲ। ਹਾਂਜੀ, ਉਹ ਜਦੋਂ ਉਹਨਾਂ ਦੇ ਦਿਮਾਗ 'ਚ ਇੱਕ ਵਿਜ਼ਨ ਬਣ ਜਾਏ ਨਾ ਤੇ ਡਾਕਟਰ ਸਾਹਿਬ ਫਿਰ ਉਹ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਇਹ ਲੋਕੀ ਇੱਕ ਬਹੁਤ ਇਨਫਿਨਿਟ ਮਤਲਬ ਪਾਵਰ ਦੇ ਹੁੰਦੇ ਆ, ਇਨਫਿਨਿਟ ਕੈਪੈਸਿਟੀ ਦੇ ਹੁੰਦੇ ਆ। ਇਹ ਆਪਣੇ ਮਿਸ਼ਨ ਤੋਂ ਫਿਰ ਡੈਵੀਏਟ ਨਹੀਂ ਕਰਦੇ। ਬਿਲਕੁਲ, ਬਿਲਕੁਲ। ਅੱਜ ਆਪਾਂ ਜੋ ਜ਼ਿੰਦਗੀ ਇੰਜੋਏ ਕਰ ਰਹੇ ਆ ਨਾ, ਇਹ ਡਾਕਟਰ ਜੀਨੀਅਸ ਲੋਕਾਂ ਦੀ, ਇਹਨਾਂ ਦੀ ਬਦੌਲਤ ਹੈ। ਬਿਲਕੁਲ, ਉਹਨਾਂ ਦੀ ਦੇਣ ਆ। ਅੱਛਾ, ਦੂਸਰਾ ਇਹ ਤੇ ਹੋਰ ਵੀ ਲੋਕੀ ਬਹੁਤ ਸਾਰੇ ਬੋਲ ਗਏ, ਖਾਦੇ ਨੂੰ ਨਹੀਂ ਪਤਾ ਕਿ ਡਾਕਟਰ ਸਾਹਿਬ ਤੁਹਾਡੇ ਜਿਹੜੇ ਕਾਲਰ ਹੈ ਨਾ, ਮੈਂ ਮਸਟ ਸੇ ਮੈਂ ਕੱਲ ਵੀ ਸ਼ਾਇਦ ਇੱਕ ਦਿਨ ਤੁਹਾਡੇ ਨਾਲ ਗੱਲ ਵੀ ਕੀਤੀ ਸੀ ਪ੍ਰਾਈਵੇਟਲੀ ਕਿ ਦੇ ਆਰ ਵੈਰੀ ਇੰਟੈਲੀਜੈਂਟ ਪੀਪਲ। ਬਿਲਕੁਲ, ਬਿਲਕੁਲ। ਆਮ ਰੀਅਲੀ ਸਮਟਾਈਮ they blow my mind, they are so articulate, they got lot of knowledge behind it. When they come, they put their point with completely confidence and eloquently, ਐਵੇਂ ਨਹੀਂ ਮਤਲਬ ਤੁਸੀਂ ਦੇਖੋਗੇ ਇਦਾਂ ਦੇ ਲੋਕ ਨਹੀਂ ਹੈਗੇ। You got very powerful people, very intelligent people and very professional people. ਕਿਉਂਕਿ ਮੈਨੂੰ ਪਤਾ ਕਿ ਤੁਸੀਂ ਵੀ ਉਸ ਫਰਟਰਨਿਟੀ ਨੂੰ ਬਿਲੋਂਗ ਕਰਦੇ ਹੋ, ਉਸ ਟਾਈਪ ਦੇ ਲੋਕਾਂ ਨਾਲ ਤੁਸੀਂ ਡੀਲ ਪੈਂਦੇ, ਪਰ ਮੈਂ ਐਪਰੀਸ਼ੀਏਟ ਕਰਦਾ ਕਿ ਡਾਕਟਰ ਸਾਹਿਬ ਉਹਨਾਂ ਦੀ ਜਿਹੜੀ ਬੋਲਣ ਦੀ ਸ਼ੈਲੀ ਆ, ਆਈ ਲਰਨ ਫਰਮ them and sometimes feel very frightened to come on your program, because they are very powerful listeners outside. So ਡਾਕਟਰ ਸਾਹਿਬ ਜਿਹੜੀ ਤੁਸੀਂ ਇੱਕ ਗੱਲ ਇਹ ਹੈ ਕਿ ਬਈ ਇਹ ਵੀ ਆਇਆ, ਇਹ ਤੁਹਾਨੂੰ ਜੀਵਨ ਜਿਹੜੇ ਹੈਗੇ ਆ ਵੀ ਹਰ ਆਦਮੀ ਲੈ ਸਕਦਾ, ਹਰ ਆਦਮੀ ਕੋ ਨਹੀਂ ਆਉਂਦੇ ਡਾਕਟਰ ਸਾਹਿਬ। that's one thing, no। ਹਾਂਜੀ, ਦੂਸਰਾ ਇਹ ਹੈ ਵੀ ਆਇਆ ਇਹ ਜੀਨ ਦੇ ਵਿੱਚ ਹੋ ਸਕਦਾ। ਡਾਕਟਰ ਸਾਹਿਬ ਮੈਂ ਇਹ ਗੱਲ ਕਹਿ ਸਕਦਾ ਵੀ ਇਟ ਮਾਈਟ ਬੀ ਇਨ ਦਾ ਜੀਨਸ। ਜਿਹੜੇ ਜੀਨਸ ਹੈ ਡਾਕਟਰ ਸਾਹਿਬ, ਇਹ ਕੋਈ ਅੱਜ ਦੇ ਤੁਸੀਂ ਦੇਖਦੇ ਆ ਕਿ ਜਿਹੜੇ ਜੀਨਸ ਹੈ ਜਿਹਨੂੰ ਆਪਾਂ ਲੱਭਦੇ ਆ, ਉਹ ਡਾਕਟਰ ਸਾਹਿਬ ਅੱਜ ਦੀ ਸਾਇੰਸ ਜਿਹੜੀ ਆ ਬਹੁਤ ਜਨਰੇਸ਼ਨਸ ਪਿੱਛੇ ਜਾ ਸਕਦੀ ਆ, ਬਹੁਤ ਪਿੱਛੇ। ਯੈਸ, ਤੁਸੀਂ ਡਾਕਟਰ ਸਾਹਿਬ ਕਈ ਇੱਥੇ ਪ੍ਰੋਗਰਾਮ ਆਉਂਦੇ ਨੇ, ਖਾਸ ਕਰ ਲੌਸਟ ਫੈਮਿਲੀਜ਼ ਆਉਂਦੀ ਆ ਪ੍ਰੋਗਰਾਮ, ਬੜਾ ਇੰਟਰਸਟਿੰਗ ਪ੍ਰੋਗਰਾਮ ਹੁੰਦਾ। ਉਹ ਡਾਕਟਰ ਸਾਹਿਬ ਜੀਨਸ ਤੋਂ ਔਰ ਤੁਹਾਡੀ ਜਿਹੜੀ ਨੈਚੁਰਲ ਆਪਾਂ ਨੂੰ ਕੀ ਉਹਨੂੰ ਸਕਦੇ ਆ, ਉਹ ਉੱਥੋਂ ਟ੍ਰੇਸ ਕਰ ਲੈਂਦੇ ਆ, ਜਿਹੜਾ ਕਿ ਮਤਲਬ ਤੁਸੀਂ ਤੁਹਾਡੇ ਦਿਮਾਗ ਤੱਕ ਮਤਲਬ ਹੁੰਦਾ। ਸੁਮਨ ਸਾਹਿਬ, ਇਹ ਜਿਹੜੇ ਪ੍ਰੋਗਰਾਮ ਦੀ ਤੁਸੀਂ ਗੱਲ ਕਰਦੇ ਹੋ ਲੌਂਗ ਲੌਸਟ ਫੈਮਿਲੀ, ਉਹ ਮੇਰਾ ਵੀ ਬਹੁਤ ਫੇਵਰੇਟ ਪ੍ਰੋਗਰਾਮ ਆ ਤੇ ਉਹ ਮੈਂ ਕਦੀ ਮਿਸ ਨਹੀਂ ਕਰਦਾ ਹੈ। ਸੌਰੀ ਡਾਕਟਰ ਸਾਹਿਬ। ਨਾ ਕੋਈ ਨਹੀਂ, ਇਹ ਗੱਲ ਠੀਕ ਹੈ ਤੁਹਾਡੀ, ਬਿਲਕੁਲ। my throat is a bit dry, ਨਾ ਕੋਈ ਨਹੀਂ, ਠੀਕ ਹੈ। ਵੈਦਰ ਕਰਕੇ ਡਾਕਟਰ ਸਾਹਿਬ ਕੁਝ ਵੀਕਾਂ ਤੋਂ ਨਾ ਜੇ ਇੱਕ ਦਿਨ ਬੈਟਰ ਹੋ ਜਾਂਦਾ, ਦੂਜੇ ਦਿਨ ਖਰਾਬ ਵੀ ਹੋ ਜਾਂਦਾ ਹੈ। ਕੋਈ ਨਹੀਂ ਬਟ ਇਟਸ ਓਕੇ, ਆਮ ਆਲਰਾਈਟ, ਸੋ ਮੈਂ ਕਹਿੰਦਾ ਡਾਕਟਰ ਸਾਹਿਬ ਸਬਜੈਕਟ ਬਹੁਤ ਸੀਰੀਅਸ ਹੈ, ਬੜਾ ਪਾਵਰਫੁਲ ਹੈ, ਬਹੁਤ ਗਿਆਨ ਬੰਦਾ ਹੈ। ਤੇ ਟੂ ਬੀ ਓਨੈਸਟ ਮੈਂ ਪਹਿਲਾਂ ਵੀ ਕਿਹਾ ਕਿ ਆਈ ਲਰਨ ਫਰਮ ਯੂਅਰ ਲਿਸਨਰਸ, ਦੇ ਕਾਲਰਸ, ਦੇ ਵੈਰੀ ਪਾਵਰਫੁਲ, ਵੈਰੀ ਵਾਈਜ਼ ਪੀਪਲ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਬਹੁਤ ਮਿਹਰਬਾਨੀ ਮੇਰੇ ਵੀਰ, ਤੁਸੀਂ ਵੀ ਉਹਨਾਂ ਕਾਲਰਸ ਵਿੱਚੋਂ ਹੀ ਆ ਜਿਨ੍ਹਾਂ ਦੀ ਤੁਸੀਂ ਵੀ ਪ੍ਰੇਜ਼ ਕਰ ਰਹੇ ਹੈਗੇ ਆ, ਤੇ ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹੈਗਾ ਜਿਹੜੇ ਮੇਰੇ ਕਾਲਰਸ, ਜਿਹੜੇ ਮੇਰੇ ਲਿਸਨਰਸ ਆਣ ਕੇ ਕੰਟਰੀਬਿਊਟ ਕਰਦੇ ਹੈਗੇ ਆ।
ਉਹ ਮੇਰੇ ਪ੍ਰੋਗਰਾਮ ਨੂੰ ਹੋਰ ਵੀ ਵਧੀਆ ਬਣਾਉਂਦੇ ਆ, ਜਿੱਦਾਂ ਕਹਿੰਦੇ ਪੰਜਾਬੀ 4 ਚੰਦ ਲਾਉਂਦੇ ਹੈਗੇ ਆ, ਕਿਉਂਕਿ ਇਹ ਜਿਹੜਾ ਮਸਲਾ ਹੈਗਾ ਜੀਨਸ ਦਾ ਬੜਾ ਗੁੰਝਲਦਾਰ ਮਸਲਾ ਹੈਗਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਹੋ? ਹਾਂ, ਮੈਂ ਇੱਥੋਂ ਬਰਮਿੰਘਮ ਤੋਂ ਬੋਲ ਰਿਹਾ ਜੀ। ਮੈਂ ਪਾਰਟ ਲੈ ਸਕਦੇ ਆਪਾਂ ਇਹਦੇ? ਹਾਂ, ਥੋੜ੍ਹਾ ਜਿਹਾ ਟੈਲੀਫੋਨ ਦੇ ਕੋਲ ਹੋ ਕੇ ਗੱਲ ਕਰੋ। ਹਾਂਜੀ ਹਾਂ, ਮੈਂ ਹੁਣ ਸੁਣਦਾ ਤੁਹਾਨੂੰ। ਹਾਂਜੀ, ਸਚਦੇਵ ਜੀ ਥੋੜ੍ਹਾ ਜਿਹਾ ਟੈਲੀਫੋਨ ਦੇ ਕੋਲ ਹੋਵੋ, ਤੁਸੀਂ ਦੂਰ ਚੱਲ ਜਾਂਦੇ, ਆਵਾਜ਼ ਦੂਰ ਜਾ ਰਹੀ ਹੈ। ਓਕੇ ਥੈਂਕ ਯੂ। ਹੈਲੋ ਹਾਂਜੀ ਹੈਲੋ ਮੈਂ ਹਰੀਸ਼ ਜੀ ਭਾਈ, ਮੇਰੇ ਕੋਲ ਸੀਗਾ ਟਾਈਮ 2 ਮਿੰਟ, ਮੈਂ ਕਿਹਾ ਵੀ ਅਸੀਂ ਵੀ ਸ਼ੇਅਰ ਕਰ ਲਈਏ ਤੁਹਾਡੇ ਨਾਲ ਆਪਣਾ ਵਿਊ ਪੁਆਇੰਟ। ਹਾਂਜੀ ਕਰੋ ਗੱਲ। ਹਾਂਜੀ ਬਈ, ਆ ਜਿਹੜਾ ਤੁਹਾਡਾ ਸਬਜੈਕਟ ਆ ਇਹ ਤਾਂ ਕਾਫੀ ਮਤਲਬ ਜਿਹੜਾ ਹੈ ਸੀਰੀਅਸ ਵੀ ਆ, ਮਤਲਬ ਸੈਂਸਿਟਿਵ ਤੇ ਨਹੀਂ ਕਹਿ ਸਕਦੇ, ਮਤਲਬ ਕਾਫੀ ਕੰਪਲੀਕੇਟਡ ਹੈ। ਇਹਨੂੰ ਸਿੱਧੇ ਲਫ਼ਜ਼ਾਂ ਵਿੱਚ ਐਕਸਪਲੇਨ ਕਰਨਾ ਜਾਂ ਦੱਸਣਾ ਕਿ ਜੀਨੀਅਸ ਮਤਲਬ ਕੌਣ ਹੈ ਜਾਂ ਕਿੱਦਾਂ ਹੁੰਦਾ ਹੈ, ਉਹਨੂੰ ਕਿਵੇਂ ਡਿਫਾਈਨ ਕਰੀਏ, ਆਈ ਥਿੰਕ ਇਟ ਇਜ਼ ਕੁਆਇਟ ਡਿਫਿਕਲਟ। ਹਾਂਜੀ ਕਿਉਂਕਿ ਆਪਾਂ ਜੇ ਮਤਲਬ ਸਾਥੀਓ ਇਹ ਦੇਖੀਏ ਕਿ ਇਸ ਵੇਲੇ ਦੀ ਜਿਹੜੀ ਮਤਲਬ ਫਿਗਰ ਹੈ ਉਹ ਇਹ ਕਹਿ ਰਹੇ ਆ ਕਿ 1 in 9 ਪੀਪਲ ਜਿਹੜੇ ਦੁਨੀਆ ਦੇ ਵਿੱਚ ਉਹ ਅੰਡਰ ਨੋਰਿਸ਼ਡ ਆ ਜਾਂ ਹੰਗਰੀ ਹੈਗੇ ਆ। ਉਹਨਾਂ ਨੂੰ ਤੁਸੀਂ ਇਹ ਆਪਾਂ ਨੂੰ ਦੇਖਣਾ ਪਊਗਾ ਵੀ ਜਿਹੜਾ 2.37 ਬਿਲੀਅਨ ਲੋਕ ਹੈਗੇ ਆ, ਉਹਨਾਂ ਦੀ ਮਤਲਬ ਖਾਣੇ ਦੇ ਲਈ ਮਤਲਬ ਇਨਫ ਐਕਸੈਸ ਨਹੀਂ ਹੈਗੀ। ਪਹਿਲੇ ਪੁਆਇੰਟ ਇਹ ਆ ਵੀ ਜੇ ਜਦੋਂ ਅਸੀਂ ਵੀ ਲੋਕ ਜਾਂ ਜਿਹੜੇ ਲੋਕ ਵੀ ਆਪਾਂ ਬਾਹਰ ਆ ਰਹੇ ਹਾਂ, ਜਿਹੜੇ ਵੀ ਮਰਜ਼ੀ ਜਾ ਰਹੇ ਹਾਂ, ਤੇ ਸਾਡਾ ਮੇਨ ਗੱਲ ਅਸੀਂ ਮਤਲਬ ਜਿਹੜਾ ਹੈ ਉਹ ਮੇਨ ਸਬਜੈਕਟ ਸਾਡਾ ਸਰਵਾਈਵਲ ਦਾ ਹੈ। ਔਰ ਜਦੋਂ ਤੱਕ ਤੁਹਾਡੇ ਪੇਟ 'ਚ ਫੂਡ ਨਹੀਂ ਹੈ, ਤੁਸੀਂ ਹੋਰ ਰਿਸਰਚ ਜਾਂ ਹੋਰ ਗੱਲ ਬਾਰੇ ਗੱਲ ਨਹੀਂ ਕਰ ਸਕਦੇ। ਐਬਸੋਲੂਟਲੀ ਮੇਰਾ ਖਿਆਲ ਹੈ ਕਿ ਅਸੀਂ ਜਿੱਦਾਂ ਇੱਕ ਫੁੱਲ ਜਿਹੜਾ ਇੱਕ ਪੂਰਾ ਦਰਖਤ ਹੈ, ਪੂਰਾ ਪਲਾਂਟ ਹੈ, ਅਸੀਂ ਜੇ ਉਹਦੀ ਇੱਕ ਟਾਹਣੀ ਫੜ ਲਈਏ ਜਾਂ ਪੱਤਾ ਲੈ ਲਈਏ, ਉਹਦੇ ਨਾਲ ਗੱਲ ਕੰਪਲੀਟ ਨਹੀਂ ਹੁੰਦੀ। ਸਾਨੂੰ ਗੱਲ ਕੰਪਲੀਟ ਕਰਨ ਲਈ ਪੂਰੇ ਪਲਾਂਟ ਨੂੰ ਮਤਲਬ ਜਿਹੜਾ ਰਿਸਰਚ ਕਰਨਾ ਪਏਗਾ ਵੀ ਮੇਰੇ ਕਾਰਨ ਕਿੱਥੇ ਆ, ਕਾਢਾਂ ਕਿੱਥੇ ਨਿਕਲ ਰਹੀਆਂ। ਸਾਡੇ ਕੋਲ 1.42 ਮਿਲੀਅਨ ਮਤਲਬ 1.42 ਜਿਹੜੇ ਬਿਲੀਅਨ ਲੋਕ ਰਹਿੰਦੇ ਨੇ ਮਤਲਬ ਇੰਡੀਆ ਦੇ ਵਿੱਚ ਜਾਂ ਮਤਲਬ ਸਾਡੇ ਹੋਰਨਾਂ ਮੁਲਕਾਂ ਵਿੱਚ ਜਦੋਂ ਵੀ ਜ਼ਿਆਦਾ ਪਾਪੂਲੇਸ਼ਨ ਹੋ ਗਈਆਂ, ਬਈ ਉੱਥੇ ਕਾਢਾਂ ਕਿਉਂ ਨਹੀਂ ਨਿਕਲੀਆਂ? ਲੋਕ ਜੀਨੀਅਸ ਨਹੀਂ ਹੈ ਜਾਂ ਲੋਕਾਂ ਦੀ ਕ੍ਰੀਏਟਿਵਿਟੀ ਨੂੰ ਕਿਲ ਕੀਤਾ ਗਿਆ ਹੈ? ਕਿਉਂਕਿ ਸਾਨੂੰ ਟੈਕਨੀਕਲੀ ਚੀਜ਼ਾਂ ਨੂੰ ਦੇਖਣ ਦੀ ਲੋੜ ਹੈ। ਜੀਨੀਅਸ ਬਿਲਕੁਲ ਚੰਗੀ ਗੱਲ ਹੈ। ਜਦੋਂ ਆਪਾਂ ਪੜ੍ਹਦੇ ਵੀ ਸੀਗੇ ਉਦੋਂ ਮਤਲਬ ਇਹ ਕਹਿ ਰਹੇ ਸੀ ਵੀ ਜਿਹੜਾ ਇੰਟੈਲੀਜੈਂਟ ਤੇ ਡਿਲੀਜੈਂਟ ਦਾ 19-21 ਦਾ ਫਰਕ ਹੁੰਦਾ ਹੈ, ਵੀ 19-21 ਤੋਂ ਮਤਲਬ 2 ਪੁਆਇੰਟ ਦੇ ਫਰਕ ਨਾਲ ਮਤਲਬ ਇੰਟੈਲੀਜੈਂਸ ਦਾ ਡਿਫਰੈਂਸ ਹੈ। ਵੀ ਇੱਕ ਬਹੁਤ ਇੰਟੈਲੀਜੈਂਟ ਹੈ ਤਾਂ ਉਹ 21 ਹੋਊ, ਜਿਹੜਾ ਉਹ ਤੋਂ ਘੱਟ ਹੈ ਉਹ 19 ਹੋਊਗਾ। ਸਵਾਲ ਹੈ ਕਿ ਤੁਹਾਡੀ ਕਮਿਟਮੈਂਟ ਲੈਵਲ ਕੀ ਆ? ਕਮਿਟਮੈਂਟ ਲੈਵਲ ਤੁਹਾਡਾ ਹੋਊਗਾ ਕਦੋਂ? ਜੇ ਤੁਹਾਡੇ ਮਤਲਬ ਜਿਹੜਾ ਤੁਹਾਡਾ ਅਸੀਂ ਜੇ ਬਾਹਰ ਦੌੜੇ ਭੱਜੇ ਫਿਰਦੇ ਇਸ ਕਰਕੇ ਹਾਂ ਵੀ ਇਹ ਸਾਡੇ ਮੁਲਕ ਨਾਲੋਂ ਸਿਸਟਮ ਇੱਥੇ ਬਿਹਤਰ ਹੈ, ਲਿਵਿੰਗ ਕੰਡੀਸ਼ਨਸ ਬਿਹਤਰ ਹੈ, ਸੋਚਣ ਦਾ ਢੰਗ ਤੁਹਾਡੇ ਕੋਲ ਬਿਹਤਰ ਹੋ ਸਕਦਾ ਜੇ ਚਾਹੋ ਤਾਂ। ਮਤਲਬ ਸਾਨੂੰ ਜਿਹੜਾ ਐਨਾਲਿਸਿਸ ਆ ਇਹਨੂੰ ਮਤਲਬ ਜਿਹੜਾ ਸੀਰੀਅਸ ਐਂਗਲ ਤੋਂ ਲੈਣ ਦੀ ਲੋੜ ਆ। ਜਿਹੜੀ ਹੁਣ ਮਤਲਬ ਕੁਝ ਸਾਥੀ ਕਹਿ ਕੇ ਗਏ ਨੇ ਬਈ ਦੇਵੀ ਸ਼ਕਤੀ ਦੀ ਇਹ ਪਿੱਛੋਂ ਹੀ ਏਦਾਂ ਉੱਦਾਂ, ਇਹ ਗੱਲਾਂ ਉਹਨਾਂ ਦੀ ਆਪਣੀ ਸੋਚ ਆ, ਪਰ ਅਸੀਂ ਇਹ ਸਮਝਦੇ ਹਾਂ ਸਾਇੰਸ ਨੇ ਇਹ ਪ੍ਰੂਵ ਕੀਤਾ ਵੀ ਜੇ ਤੁਹਾਡੇ ਕੋਲ ਮਤਲਬ ਨੋਰਿਸ਼ਮੈਂਟ ਹੈਗੀ ਆ, ਤੁਹਾਡੇ ਕੋਲ ਓਪਰਚੁਨਿਟੀ ਹੈਗੀ ਆ ਤੇ ਤੁਹਾਡੀ ਕਮਿਟਮੈਂਟ ਹੈਗੀ ਆ, then you can enter into what you want to do, what is your interest। ਹੁਣ ਚਾਰਲਸ ਡਾਰਵਿਨ ਬਾਰੇ ਦੇਖ ਲਓ ਵੀ ਉਹਦਾ ਫਾਦਰ ਉਹਨੂੰ ਡਾਕਟਰ ਬਣਾਉਣਾ ਚਾਹੁੰਦਾ ਸੀਗਾ। ਉਸ ਵੇਲੇ ਕੋਈ 200 ਸਾਲ ਪਹਿਲਾਂ ਉਹਨੂੰ ਮਤਲਬ ਉਹਨੇ ਫਾਦਰ ਹੀ ਬਣਾਉਣ ਲਈ ਕਿਹਾ ਤੇ ਉਹ ਨੈਚੁਰਲਿਸਟ ਮਤਲਬ ਬਣਿਆ ਹੈਗਾ। ਉਹਨੇ ਮਤਲਬ ਜਿਹੜਾ ਸ਼ੌਕ ਕਰਨ ਦਾ ਮਤਲਬ ਜਿਹਨੂੰ ਓਪਰਚੁਨਿਟੀ ਹੈ, ਇਫ ਯੂਰ ਓਪਰਚੁਨਿਟੀ ਸੀਜ਼, ਜੇ ਤੁਹਾਡੀ ਕ੍ਰੀਏਟਿਵਿਟੀ ਸੀਜ਼ ਕਰ ਦਿੱਤੀ ਗਈ ਹੈ, ਉਹ ਚਾਹੇ ਮਾਸਸ ਵਿੱਚ ਆ ਚਾਹੇ ਸਿੰਗਲ ਇੰਡੀਵਿਜੂਅਲ ਵਿੱਚ ਹੈ, ਸਾਨੂੰ ਉਹਦੇ ਬੇਸ ਤੇ ਸੋਚਣ ਦੀ ਲੋੜ ਪੈਂਦੀ ਆ। ਜੋ ਕੋਈ ਵੀ ਰਿਸਰਚ ਹੋਵੇ, ਰਿਸਰਚ ਤੋਂ ਪਹਿਲਾਂ ਸਾਨੂੰ ਮਤਲਬ ਜਿਹੜਾ ਹੈ ਸਰਵਾਈਵਲ ਤੇ ਉੱਥੇ ਦਾ ਸਿਸਟਮ ਨੂੰ ਦੇਖਣਾ ਪਊਗਾ, ਨਾ ਕਿ ਮਤਲਬ ਕੌਣ ਕਿੰਨਾ ਇੰਟੈਲੀਜੈਂਟ ਆ, ਕੌਣ ਕਿੰਨਾ ਇੰਟੈਲੀਜੈਂਟ। ਬਹੁਤ ਥੋੜੇ ਕੇਸਿਸ ਨੇ ਵੀ ਜਿਹੜੇ ਗਿਫਟਡ, ਜਿਹੜੇ ਆਪਾਂ ਗਿਫਟਡ ਦੀ ਗੱਲ ਕੀਤੀ ਹੈ 19-21 ਵਾਲੀ ਗੱਲ ਹੈ, ਇਸ ਤੋਂ ਜ਼ਿਆਦਾ ਗੱਲ ਨਹੀਂ। ਸਿਰਫ ਓਪਰਚੁਨਿਟੀ ਦੀ ਹੈ ਵੀ ਇਫ ਦਾ ਓਪਰਚੁਨਿਟੀ ਐਂਡ ਅਵੇਲੇਬਿਲਿਟੀ ਐਂਡ ਉਹਨਾਂ ਨੂੰ ਮਤਲਬ ਫੈਡ ਹੁੰਦੇ ਹੈਗੇ ਆ, ਸਿਸਟਮ ਉਹਨਾਂ ਦੀ ਹੈਲਪ ਕਰਦਾ ਪਿਆ, ਤੇ ਅਸੀਂ ਮਤਲਬ ਜੇ ਇੰਟੈਲੀਜੈਂਟ ਜੇ ਇੱਥੇ ਲੋਕ ਮਤਲਬ ਵੱਧ ਸੋਚ ਸਕਦੇ ਆ ਤੇ ਕਿਉਂ ਆ ਵੀ ਸਾਨੂੰ ਜੇ ਉੱਥੇ ਆਪਣੇ ਮੁਲਕਾਂ ਵਿੱਚ ਦਵਾਈ ਵੀ ਲੈਣ ਜਾਣਾ ਪਵੇ, ਜੇਬ 'ਚ ਪੈਸੇ ਤਾਂ ਲੈ ਲਓ। ਇੱਥੇ ਬਿਮਾਰ ਬੰਦੇ ਨੂੰ ਸਿਸਟਮ ਪ੍ਰੋਵਾਈਡ ਕਰ ਰਿਹਾ ਹੈ। ਇੱਥੇ ਤੁਹਾਨੂੰ ਜੇ ਤੁਸੀਂ ਨਹੀਂ ਕੰਮ ਤੇ ਜਾਂਦੇ ਤੁਹਾਨੂੰ ਉਹ ਕਰ ਰਿਹਾ, ਤੁਹਾਡੇ ਤੇ ਸੋਚਣ ਲਈ ਮਤਲਬ ਤੁਹਾਡੀ ਜਿਹੜੀ ਟੈਨਸ਼ਨ ਹੈ ਉਹ ਘਟਦੀ ਆ, ਸਟ੍ਰੈਸ ਘਟਦੀ ਆ, ਸੋਚਣ ਲਈ ਸਮਾਂ ਵੱਧ ਹੈ। ਵਰਤਣਾ ਜਾਂ ਨਹੀਂ ਵਰਤਣਾ ਦੈਟ ਇਜ਼ ਐਂਟਾਇਰਲੀ ਅਪ ਟੂ ਦਾ ਪਰਸਨ, ਪਰ ਓਪਰਚੁਨਿਟੀ ਸ਼ੁੱਡ ਬੀ ਦੇਅਰ ਸਰ। ਥੈਂਕ ਯੂ ਮੇਰੇ ਵੀਰ, ਥੈਂਕ ਯੂ ਸਚਦੇਵ ਜੀ। ਇਹ ਤਾਂ ਸੀ ਮੇਰੇ ਵੀਰ ਸਚਦੇਵ ਬਿਰਦੀ ਹੁਣੀ ਬਰਮਿੰਘਮ ਤੋਂ।
जिन्होंने फ़ोन किया हैगा। सर तो जे भी 6 मिनट यानी कि है तुसीं टैलीफोन कॉल कर सकते हैं। मैं ਜਿਹੜੀਆਂ कॉल्स हैगियां लै सकदा जे तुसीं टू दी पॉइंट गल करो। हैलो जी, कौन ते जी, कित्थों बोल रहे हैं? जय गुरुदेव जी डॉक्टर साहब। जय गुरुदेव जी। गल इदां आ, हाँ जी, तुसीं पुछया सी जीनियस देखे आ? हाँ जी, सुमन साहब ने तुसीं क्वेश्चन पुछया सी। हाँ जी, ते मैं देखे आ। हाँ हाँ, एक ते डॉक्टर हरीश मल्होत्रा जी है। अच्छा जी, तो मैं उन्होंने चंगी तरह जानता हाँ। ठीक है जी, ठीक है, क्योंकि वो ਜਿਹੜੀਆਂ लैके आते गल्लां बातां ठीक है, आम बंदा नहीं कर सकता। थैंक यू जी। दूजा सुमन साहब ने ਜਿਹੜਾ हाँ जी ਤੁਹਾਨੂੰ ਪਛਾਣਿਆ, हाँ जी, हाँ जी, ਜਾਂ ਜਿਹੜੇ ਸਾਇੰਸਦਾਨਾਂ ਨੂੰ ਪਛਾਣਿਆ ਉਹ ਜੀਨੀਅਸ ਹੈ। ਪਰ ਮੈਂ ਵੀ ਜੀਨੀਅਸ ਹੈਗਾ, ਮੈਂ ਇੱਕ ਹੋਰ ਤਰੀਕੇ ਦਾ ਜੀਨੀਅਸ ਹਾਂ ਨਾ। ਮੈਂ ਤਾਂ ਤੁਹਾਨੂੰ ਜੀਨੀਅਸ ਮੰਨਦਾ। ਦੇਖੋ ਗੱਲ ਇਹ ਆ ਵੀ ਮੈਂ ਜਦੋਂ ਇੰਡੀਆ ਸੀਗਾ ਨਾ, ਹਾਂ ਹਾਂ, ਤਾਂ ਉੱਥੇ ਮੈਂ ਜੀਨੀਅਸ ਲੱਭਣ ਗਿਆ। ਅੱਛਾ। ਤੇ ਉੱਥੇ ਜੋ ਜਿਹੜੇ ਉਹ ਕਹਿੰਦੇ ਵੀ ਉਹ ਫਲਾਨੀ ਦੁਕਾਨ ਤੇ ਜੀਨੀਅਸ ਹੈਗੇ ਆ। ਜਦੋਂ ਮੈਂ ਉੱਥੇ ਗਿਆ ਦੁਕਾਨ ਬੰਦ ਸੀਗੀ। ਠੀਕ ਹੈ। ਤੇ ਮੈਂ ਪੁੱਛਿਆ ਉਹ ਕਿੱਥੇ ਚਲੇ ਗਏ? ਉਹ ਕਹਿੰਦੇ ਵੀ ਉਹ ਦੁਕਾਨ ਜਿਹੜੀ ਅੰਮ੍ਰਿਤਸਰ ਚਲੇ ਗਈ ਆ। ਅੰਮ੍ਰਿਤਸਰ ਪਾਗਲਾਂ ਦਾ ਹਸਪੀਟਲ ਹੈ ਨਾ। ਹਾਂਜੀ ਹਾਂਜੀ ਹਾਂਜੀ, ਉੱਥੇ ਚਲੇ ਗਏ ਆ। ਅੱਛਾ ਅੱਛਾ ਅੱਛਾ। ਮੈਂ ਕਿਹਾ ਉੱਥੇ ਹੋ ਗਏ? ਕਹਿੰਦੇ ਇੰਨੇ ਉਹ ਗੱਲਾਂ ਕਰਦੇ ਸੀ ਕਿ ਉਹ ਪਾਗਲ ਹੋ ਗਏ। ਠੀਕ ਹੈ ਜੀ। ਤਾਂ ਕਹਿਣ ਦਾ ਮਤਲਬ ਹੈ ਜੀਨੀਅਸ ਨੂੰ ਪਛਾਣਨਾ। ਮੈਂ ਸਿਰਫ ਇੱਕ ਜ਼ਿੰਦਗੀ ਦੇਖਿਆ ਜੀਨੀਅਸ ਸੀ। ਸਾਡੇ ਹੈਡ ਆਫ ਦੀ ਇੰਗਲਿਸ਼ ਮੈਥਮੈਟਿਕਸ ਡਿਪਾਰਟਮੈਂਟ ਸੀ ਬੰਸੀ ਲਾਲ। ਹਾਂ ਹਾਂ, ਕਿਆ ਤੁਸੀਂ ਦੇਖਿਆ ਹੋਊਗਾ ਨਾ? ਹਾਂ ਹਾਂ ਹਾਂ। ਮੈਂ ਉਹਨਾਂ ਨੂੰ ਜੀਨੀਅਸ ਮੰਨਦਾ। ਉਹ ਕਮਾਲ ਦੇ ਬੰਦੇ ਸੀ ਜਿਨ੍ਹਾਂ ਨੇ ਮੇਰੇ ਵਰਗੇ ਹਰ ਦਿਮਾਗ ਦੇ ਦਿਮਾਗ 'ਚ ਮੈਥਮੈਟਿਕਸ ਪਾ ਦਿੱਤਾ। ਤੋ ਇੰਨਾ ਮੈਂ ਕਹਿਣਾ ਚਾਹੁੰਦਾ ਸੀ। ਬਹੁਤ ਮਿਹਰਬਾਨੀ ਮੇਰੇ ਵੀਰ। ਇਹ ਤਾਂ ਸੀ ਮਿੱਡਾ ਸਾਹਿਬ ਸਾਊਥ ਹਾਲ ਤੋਂ ਜਿਨ੍ਹਾਂ ਨੇ ਟੈਲੀਫੋਨ ਕਾਲ ਕੀਤੀ ਹੈਗੀ ਆ। ਸਰ ਤੋਂ ਜੇ ਵੀ 4 ਮਿੰਟ ਹੈ, ਜੇ ਤੁਸੀਂ ਟੈਲੀਫੋਨ ਕਾਲ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਆ। ਇਹੋ ਜਿਹੇ ਮਸਲੇ ਮੈਂ ਸਮਝਦਾ ਹੈਗਾ ਵੀ ਸਾਨੂੰ ਜ਼ਰੂਰ ਡਿਸਕਸ ਕਰਨੇ ਚਾਹੀਦੇ ਹੈਗੇ ਆ। ਸਾਇੰਸ ਕਿੱਦਾਂ ਕੰਮ ਕਰਦੀ ਹੈ, ਜੀਨ ਸਾਡੇ ਕਿੱਦਾਂ ਕੰਮ ਕਰਦੇ ਹੈ। ਜੀਨ ਸਾਡੇ ਬਹੁਤ ਪਿੱਛੇ ਤੱਕ ਜਾਂਦੇ ਹੈ, ਪਰ ਜੇ ਯਾਨੀ ਕਿ ਓਪਰਚੁਨਿਟੀ ਨਾ ਮਿਲੇ ਤਾਂ ਕੁਛ ਨਹੀਂ ਤੁਸੀਂ ਕਰ ਸਕਦੇ। ਜੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਨੂੰ ਜੇ ਓਪਰਚੁਨਿਟੀ ਨਾ ਮਿਲਦੀ ਤਾਂ ਉਹ ਡਾਕਟਰ ਅੰਬੇਦਕਰ ਨਹੀਂ ਸੀ ਬਣ ਸਕਦੇ, ਉਹ ਇੰਨੀ ਪੜ੍ਹਾਈ ਲਿਖਾਈ ਨਹੀਂ ਸੀ ਕਰ ਸਕਦੇ। ਇਸ ਕਰਕੇ ਸਰਕਮਸਟੈਂਸਿਸ ਦਾ ਕਿਹੋ ਜਿਹੇ ਹਾਲਾਤ ਹੈਗੇ ਆ, ਉਹਨਾਂ ਦਾ ਸਰਵਾਈਵਲ ਸਾਡੀ ਕਿੱਦਾਂ ਹੈਗੀ ਆ, ਉਹਨਾਂ ਗੱਲਾਂ ਦਾ ਬਹੁਤ ਵੱਡਾ ਇਹਨਾਂ ਸਾਡੇ ਯਾਨੀ ਕਿ ਅਚੀਵਮੈਂਟਸ 'ਤੇ ਮੌਕਾ ਮੇਲ ਵੀ ਯਾਨੀ ਕਿ ਹੈਗਾ। ਕਈ ਵਾਰੀ ਓਪਰਚੁਨਿਟੀ ਨਹੀਂ ਮਿਲਦੀ ਹੈਗੀ, ਅਤੇ ਇਸ ਕਰਕੇ ਇਹ ਗੱਲਾਂ ਜਿਹੜੀਆਂ ਬਹੁਤ ਰੈਲੇਵੈਂਟ ਹੈ ਅਤੇ ਇਹਨਾਂ ਗੱਲਾਂ ਬਾਰੇ ਸਾਨੂੰ ਜ਼ਰੂਰ ਸੋਚਣਾ ਵੀ ਚਾਹੀਦਾ ਹੈਗਾ। ਜਿਹੜੇ ਬੱਚੇ ਗਿਫਟਡ ਚਿਲਡਰਨ ਹੈਗੇ ਆ, ਉਹਨਾਂ ਨੂੰ ਜੇ ਪੂਰੀ ਸਪੋਰਟ ਮਿਲੇ ਤਾਂ ਉਹ ਕਿਤੇ ਦੇ ਕਿਤੇ ਯਾਨੀ ਕਿ ਪਹੁੰਚ ਜਾਂਦੇ ਹੈਗੇ ਆ। ਇੱਕ ਹੋਰ ਵੀ ਜੋ ਇੱਥੇ ਮੰਨਿਆ ਜਾਂਦਾ ਹੈਗਾ, ਨੋ ਚਾਈਲਡ ਇਜ਼ ਅ ਸਪੈਸ਼ਲ ਚਾਈਲਡ, ਨੋ ਚਾਈਲਡ ਇਜ਼ ਅ ਸਪੈਸ਼ਲ ਨੀਡ ਚਾਈਲਡ। ਅਤੇ ਇਸ ਕਰਕੇ ਯਾਨੀ ਕਿ ਕਈ ਵਾਰੀ ਅਸੀਂ ਜਿਹੜੀ ਸਾਡੀ ਪਰਵਰਿਸ਼ ਹੈਗੀ ਆ, ਦ ਵੇ ਵੀ ਬ੍ਰਿੰਗ ਅਪ ਚਿਲਡਰਨ, ਦ ਵੇ ਵੀ ਬਿਹੇਵ ਵਿਦ ਦੈਮ, ਉਹ ਬੱਚਿਆਂ ਨੂੰ ਕਾਫੀ ਜਿਹੜਾ ਹੈਗਾ ਨਿਕੰਮਾ ਕਰ ਦਿੰਦੀ ਹੈਗੀ ਆ, ਕਾਫੀ ਯਾਨੀ ਕਿ ਉਹਨਾਂ ਨੂੰ ਡਿਸਕਰੇਜ ਕਰਦੀ ਹੈਗੀ ਆ, ਅਤੇ ਕਾਫੀ ਜ਼ਿਆਦਾ ਡਿਪਰੈਸ਼ਨ ਵਿੱਚ ਲੈ ਕੇ ਜਾਂਦੀ ਹੈ। ਸਾਡੇ ਤੋਂ 3 ਮਿੰਟ ਹੈਗੇ ਆ, ਜੇ ਤੁਸੀਂ ਗੱਲ ਛੇਤੀ ਕਰ ਸਕੋ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ हैं? मैं अर्चना बोल रही हूँ। अर्चना जी, की कहना चाहोगे जीनियस बारे? ये आपका प्रोग्राम बहुत ही अच्छा है जीनियस के ऊपर कि लोगों ने सबने बहुत अच्छा बोला है, पर मैं कुछ बातें और इसमें ऐड करना चाहती हूँ कि ये जो जीनियस है इसके लिए हमें बहुत, जो हमारे बच्चे हैं आने वाले, कई बार तो ऐसे कि हम लोग बच्चों को कईयों को मूर्ख समझते हैं, वो मूर्ख नहीं निकलते। जैसे उन पर अगर देखा जाए वो अलग ही तरह की उनकी एक लगन होती है जिससे कि वो आगे जाके जीनियस बनते हैं। जैसे कि आइंस्टाइन था, उनको स्कूल में भी कहा गया कि ये बच्चा तो किसी काम का नहीं है, पर उसकी माँ ने अपने घर जब बच्चे को उसको निकाल दिया गया कि दूसरे बच्चों से अलग है, तो जब वो घर में लेकर आई तो उसने बोला क्या बात हो गई, तुम बच्चों, उसकी माँ ने उसको ये नहीं बताया, पर वो बच्चा अपने उसे एक कमरा बना दिया, उसमें उसने सब अपने करता रहा जो एक्सपेरिमेंट कर, आगे जाके वो क्या बना वो सभी को मालूम है। एक मेन जिसने कितने ही आविष्कार करे, जिसने कितने ही उसने एक्सपेरिमेंट किए हैं, और जैसे लाइट है ये है जो हम सब लोगों के लिए, इसके लिए क्या करना चाहिए कि ये इसको बनाने के लिए हमें 3-4 बातों का ध्यान रखना चाहिए कि ये जरूरी बात नहीं कि जो बच्चे इंटेलिजेंट है वही बच्चे आगे जाके जीनियस बनते, ऐसा नहीं है, बिल्कुल भी नहीं है कि अगर जो बच्चे होशियार हैं वही बनेंगे, नहीं। ये जो जिन बच्चे, कई लोग इमेजिनेशन जो होती है ना उसको नॉलेज में बदल देते हैं। इमेजिनेशन करनी चाहिए, वो इमेजिनेशन करने से ही आगे जाके एक आप नया
आविष्कार कर सकते हो, नई चीज निकाल सकते हो, नई खोज कर सकते हो। तो ये, और कोई भी काम करने में एकदम गिव अप मत करो, उसको करते रहना चाहिए, क्योंकि रिजल्ट, कई लोग रिजल्ट बहुत जल्दी मांगते हैं कि हमें जो हम कर रहे हैं उसका रिजल्ट जल्दी ही मिल जाए, पर ऐसा नहीं होता। उसके लिए कुछ समय निकालना पड़ता है, समय लगता है, उसके बाद कहीं जाके बनता है। इस तरह बिल गेट्स जो आपने बताया था उसके बारे में, उसने कहा कि मैं इतना होशियार नहीं था, जो बच्चे, जो स्टूडेंट मेरे साथ पढ़ते थे वो बहुत होशियार थे, और मैं सॉफ्ट इंजीनियर का मेरा वो है, और वो लोग जो बहुत होशियार थे वो मेरे अंडर काम कर रहे हैं। यानी कि ये कहना कि पढ़े लिखे लोग ही जीनियस होते, ऐसा नहीं है। और मेडिटेशन जो है ना, ये बहुत अच्छा है आपकी इसको बढ़ाने के लिए, आपके जो जीनियस बनाने के लिए, क्योंकि आप 15 से 20 मिनट तक अगर आप मेडिटेशन करते हैं तो आप एक जगह स्थिर होते हैं, आपका ब्रेन जो है वो शांत होता है, वो तैयार होता है किसी काम को करने के लिए, सोचने के लिए। और इसके साथ ही जब भी कोई काम, ये लोग जो होते हैं जब भी कोई काम करना होता है वो उसके बारे में सोच सकते हैं कि ये गलत है कि नहीं है, और इससे स्ट्रेस फ्री होते हैं। मेडिटेशन से ये हमें स्ट्रेस फ्री करती है, और इसके साथ साथ पॉजिटिवनेस भी इसमें मिलती है। नेगेटिविटी जो थॉट है वो छोड़ देनी चाहिए जब भी, और इसके लिए नेगेटिव थॉट के पॉजिटिवनेस में जाना चाहिए। और ब्रेन गेम्स आर वेरी इंपॉर्टेंट, इसके साथ अपना ये तुम फोकस कर सकते हो। अर्चना जी, मैं तो इसके लिए है। हाँ अर्चना जी, मैं तो टाइम खत्म हो गया। मैं अच्छा ठीक है, आपका बहुत ठीक है, थैंक यू। अगले हफ्ते मैं ਤੁਹਾਡੇ ਲਈ फिर कोई एक नवा प्रोग्राम लेके आऊँगा। मैं सारे कॉलर्स ਦਾ ਇੱਕ ਵਾਰੀ फिर बहुत धन्यवाद दिया क्योंकि टाइम खत्म हो गया। थैंक यू वेरी मच, हैव ए गुड डे एंड बेस्ट विशेस, टेक केयर।